ਸਤਿ ਸ਼੍ਰੀ ਅਕਾਲ ਜੀ। ਚਾਹ ਉਬਲ ਕੇ ਬਾਹਰ ਨਿਕਲ ਗਈ ਸੀ ਅਤੇ ਮੈਨੂੰ ਕੁਝ ਵੀ ਹੋਸ਼ ਨਹੀਂ ਸੀ। ਮੈਂ ਪਤਾ ਨਹੀਂ ਕਿਹੜੇ ਖਿਆਲਾਂ ਦੇ ਵਿੱਚ ਡੁੱਬੀ ਹੋਈ ਸੀ ਕਿ ਅਚਾਨਕ ਪਿੱਛੇ ਤੋਂ ਮਾਂ ਦੀ ਆਵਾਜ਼ ਸੁਣ ਕੇ ਮੈਂ ਘਬਰਾ ਗਈ ਸੀ। ਪਿੱਛੇ ਮੁੜ ਕੇ ਦੇਖਿਆ ਤਾਂ ਸਾਰੀ ਚਾਹ ਉਬਲ ਕੇ ਬਾਹਰ ਨਿਕਲ ਗਈ ਸੀ। ਜਲਦੀ ਦੇ ਨਾਲ ਮੈਂ ਹੋਸ਼ ਦੇ ਵਿੱਚ ਆਈ ਅਤੇ ਗੈਸ ਚੁੱਲ੍ਹਾ ਬੰਦ ਕਰ ਦਿੱਤਾ। ਮਾਂ ਨੇ ਗੁੱਸੇ ਦੇ ਵਿੱਚ ਕਿਹਾ, ਹਰਮੀਤ ਤੇਰਾ ਧਿਆਨ ਕਿੱਥੇ ਹੈ? ਸਾਰੀ ਚਾਹ ਉਬਲ ਕੇ ਬਾਹਰ ਨਿਕਲ ਗਈ ਅਤੇ ਜੋ ਬਚ ਗਈ ਹੈ ਉਹ ਵੀ ਸੜ ਕੇ ਅੱਧੀ ਹੋ ਗਈ ਹੈ। ਤੇਰਾ ਧਿਆਨ ਕਿੱਥੇ ਹੈ? ਬਾਹਰ ਮਹਿਮਾਨ ਪਤਾ ਨਹੀਂ ਕਦੋਂ ਤੋਂ ਆ ਕੇ ਬੈਠੇ ਹਨ ਅਤੇ ਮੈਂ ਤੈਨੂੰ ਆਵਾਜ਼ਾਂ ਮਾਰਦੀ ਮਾਰਦੀ ਥੱਕ ਗਈ, ਪਰ ਪਤਾ ਨਹੀਂ ਤੂੰ ਕਿਹੜੀ ਦੁਨੀਆ ਦੇ ਵਿੱਚ ਗਵਾਚੀ ਹੋਈ ਹੈ। ਮੈਂ ਦੁਬਾਰਾ ਤੋਂ ਚਾਹ ਚੁੱਲ੍ਹੇ ਤੇ ਚੜਾ ਦਿੱਤੀ। ਮਾਂ ਕਹਿਣ ਲੱਗੀ ਕਿ ਤੂੰ ਚਾਹ ਬਣਾ ਤੇ ਮੈਂ ਮਹਿਮਾਨਾਂ ਨੂੰ ਗੱਲਾਂ ਦੇ ਵਿੱਚ ਲਗਾਉਂਦੀਆਂ। ਜਿਵੇਂ ਹੀ ਉਹ ਜਾਣ ਲੱਗੀ ਤਾਂ ਮੁੜ ਕੇ ਮੇਰੇ ਚਿਹਰੇ ਦੇ ਵੱਲ ਦੇਖਿਆ। ਉਹ ਕਹਿਣ ਲੱਗੀ, ਹਰਮੀਤ ਮੈਂ ਤੈਨੂੰ ਕਰੀਮ ਦਿੱਤੀ ਸੀ ਨਾ ਕਿ ਚੰਗੀ ਤਰ੍ਹਾਂ ਆਪਣੇ ਪੂਰੇ ਚਿਹਰੇ ਤੇ ਲਗਾ ਲਵੀਂ, ਕੁਝ ਸਮੇਂ ਦੇ ਲਈ ਤੇਰਾ ਚਿਹਰਾ ਚਮਕ ਜਾਵੇਗਾ। ਪਰ ਨਹੀਂ, ਤੂੰ ਤਾਂ ਮੈਨੂੰ ਸਿਰਫ ਤਕਲੀਫ ਹੀ ਦੇਣਾ ਜਾਣਦੀ ਹੈ। ਤੈਨੂੰ ਦੇਖਦੇ ਹੀ ਇਹ ਲੋਕ ਰਿਸ਼ਤੇ ਤੋਂ ਇਨਕਾਰ ਕਰ ਦੇਣਗੇ। ਦੇਖ ਹਰਮੀਤ, ਮੈਂ ਕਿਸੇ ਵੀ ਕੀਮਤ ਤੇ ਇਸ ਰਿਸ਼ਤੇ ਨੂੰ ਹੱਥੋਂ ਜਾਣ ਨਹੀਂ ਦਿਆਂਗੀ। ਤੈਨੂੰ ਪਤਾ ਹੈ ਨਾ ਮੈਂ ਪਿਛਲੇ 5 ਸਾਲਾਂ ਦੇ ਵਿੱਚ ਕਿਹੜੀ ਤਕਲੀਫ ਦੇ ਵਿੱਚੋਂ ਲੰਘ ਰਹੀ ਹਾਂ। ਉਹਨਾਂ ਦੀਆਂ ਗੱਲਾਂ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸੀ। ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਮੈਂ ਬੋਲੀ, ਮਾਂ ਪਲੀਜ਼ ਇਹ ਸਭ ਕੁਝ ਬੰਦ ਕਰ ਦਿਓ। ਤੁਹਾਨੂੰ ਯਾਦ ਹੈ ਨਾ ਪਿਛਲੀ ਵਾਰ ਮੈਂ ਤੁਹਾਡੀ ਦੱਸੀ ਹੋਈ ਕਰੀਮ ਲਗਾਈ ਸੀ। ਕੁਝ ਸਮੇਂ ਦੇ ਲਈ ਮੇਰਾ ਚਿਹਰਾ ਗੋਰਾ ਲੱਗਣ ਲੱਗਿਆ ਸੀ, ਪਰ ਜਿਵੇਂ ਹੀ ਉਹਨਾਂ ਦੀ ਨਿਗਾਹ ਮੇਰੇ ਕਾਲੇ ਹੱਥਾਂ ਤੇ ਪਈ ਸੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਮਾਂ ਤੁਸੀਂ ਕਿਉਂ ਜ਼ਬਰਦਸਤੀ ਰਿਸ਼ਤੇ ਦੇ ਵਿੱਚ ਬੰਨ ਰਹੇ ਹੋ? ਜਿਸ ਨੇ ਮੇਰੇ ਨਾਲ ਵਿਆਹ ਕਰਨਾ ਹੈ ਉਹ ਮੇਰੇ ਰੰਗ ਰੂਪ ਤੋਂ ਉੱਪਰ ਉੱਠ ਕੇ ਸਨਮਾਨ ਦੇ ਨਾਲ ਮੇਰੇ ਨਾਲ ਵਿਆਹ ਕਰਵਾਵੇਗਾ। ਇਹੀ ਮੇਰੀ ਇੱਛਾ ਹੈ ਅਤੇ ਮਾਂ ਮੈਂ ਕਿਸੇ ਨੂੰ ਧੋਖਾ ਦੇ ਵਿੱਚ ਰੱਖ ਕੇ ਵਿਆਹ ਨਹੀਂ ਕਰ ਸਕਦੀ। ਬਸ ਇਸੇ ਕਰਕੇ ਹੀ ਮੈਂ ਕਰੀਮ ਨਹੀਂ ਲਗਾਈ ਸੀ। ਇਹ ਕਹਿੰਦੀ ਹੋਈ ਮੈਂ ਚਾਹ ਦੇ ਵਿੱਚ ਦੁੱਧ ਪਾਉਣ ਲੱਗੀ। ਮਾਂ ਨੇ ਗੁੱਸੇ ਦੇ ਵਿੱਚ ਮੇਰੀ ਬਾਂਹ ਨੂੰ ਫੜ ਕੇ ਆਪਣੇ ਵੱਲ ਖਿੱਚਿਆ, ਕਹਿਣ ਲੱਗੀ, ਹਰਮੀਤ ਤੂੰ ਪਾਗਲ ਹੋ ਗਈ ਹੈ। ਅੱਜ ਕੱਲ੍ਹ ਦੇ ਲੜਕਿਆਂ ਦੀਆਂ ਮੰਗਾਂ ਅਸਮਾਨ ਨੂੰ ਛੂੰਹਦੀਆਂ ਨੇ। ਉਹਨਾਂ ਨੂੰ ਗੋਰੀਆਂ ਚਿੱਟੀਆਂ ਲੜਕੀਆਂ ਚਾਹੀਦੀਆਂ ਹਨ ਅਤੇ ਪਿਆਰ ਦਾ ਕੀ ਹੈ? ਇੱਕ ਵਾਰ ਵਿਆਹ ਹੋ ਜਾਵੇ ਤਾਂ ਪਿਆਰ ਹੋ ਹੀ ਜਾਂਦਾ ਹੈ। ਹੁਣ ਜਾ ਤੇ ਜਲਦੀ ਨਾਲ ਤਿਆਰ ਹੋ ਜਾ, 5 ਮਿੰਟਾਂ ਦੇ ਵਿੱਚ ਨਾਸ਼ਤਾ ਲੈ ਕੇ ਆ ਜਾਵੀਂ। ਉਹ ਲੋਕ ਕਦੋਂ ਤੋਂ ਤੇਰਾ ਇੰਤਜ਼ਾਰ ਕਰ ਰਹੇ ਹਨ। ਮਾਂ ਚਲੀ ਗਈ ਅਤੇ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਈ ਸੀ। ਲੋਕਾਂ ਦੇ ਸਾਹਮਣੇ ਇੱਕ ਸ਼ੋਅ ਪੀਸ ਦੀ ਤਰ੍ਹਾਂ ਸੱਜ ਧੱਜ ਕੇ ਬੈਠਣਾ ਮੈਨੂੰ ਅੰਦਰ ਦੀ ਹੀ ਅੰਦਰ ਖਤਮ ਕਰ ਰਿਹਾ ਸੀ। ਪਿਛਲੇ 5 ਸਾਲਾਂ ਤੋਂ ਮੈਂ ਇਹ ਤਕਲੀਫ ਚੱਲ ਰਹੀ ਸੀ। ਹਰ ਵਾਰ ਇੱਕ ਨਵਾਂ ਰਿਸ਼ਤਾ ਆਉਂਦਾ ਅਤੇ ਹਰ ਵਾਰ ਮੇਰੀ ਇੱਕ ਨਵੀਂ ਪ੍ਰੀਖਿਆ ਹੁੰਦੀ। ਹਰ ਵਾਰ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ, ਉਹਨਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਅਤੇ ਉਹਨਾਂ ਦੇ ਲਈ ਬਹੁਤ ਸਾਰਾ ਨਾਸ਼ਤਾ ਤਿਆਰ ਕਰਨਾ। ਉਹ ਨਾਸ਼ਤਾ ਤਾਂ ਚੰਗੀ ਤਰ੍ਹਾਂ ਕਰਦੇ, ਪਰ ਜਾਂਦੇ ਜਾਂਦੇ ਮੂੰਹ ਤੇ ਹੀ ਇਨਕਾਰ ਕਰ ਦਿੰਦੇ, ਲੜਕੀ ਤਾਂ ਚੰਗੀ ਹੈ ਪਰ ਸਾਡੇ ਲੜਕੇ ਨੂੰ ਗੋਰੀ ਚਿੱਟੀ ਲੜਕੀ ਚਾਹੀਦੀ ਹੈ। ਉਹਨਾਂ ਦੇ ਜਾਣ ਤੋਂ ਬਾਅਦ ਮਾਂ ਦੇ ਉਹੀ ਹੰਝੂ ਅਤੇ ਮੇਰਾ ਉਸੇ ਸ਼ਰਮਿੰਦਗੀ ਦੇ ਨਾਲ ਸਿਰ ਝੁਕਾ ਲੈਣਾ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੇਰਾ ਕਾਲਾ ਹੋਣਾ ਹੀ ਮੇਰੇ ਲਈ ਸ਼ਰਾਪ ਹੈ। ਕਈ ਵਾਰ ਮੈਂ ਲੁਕ ਲੁਕ ਕੇ ਹੰਝੂ ਬਹਾਉਂਦੀ ਤੇ ਪਰਮਾਤਮਾ ਅੱਗੇ ਸ਼ਿਕਾਇਤ ਕਰਦੀ ਕਿ ਜੇਕਰ ਤੂੰ ਮੈਨੂੰ ਥੋੜਾ ਬਹੁਤ ਗੋਰਾ ਬਣਾ ਦਿੱਤਾ ਹੁੰਦਾ ਤਾਂ ਤੇਰਾ ਕੀ ਵਿਗੜ ਜਾਂਦਾ। ਮੇਰੀ ਉਮਰ 27 ਸਾਲ ਹੋ ਚੁੱਕੀ ਸੀ ਅਤੇ ਹੁਣ ਇਕੱਲਾਪਣ ਮੈਨੂੰ ਵੀ ਖਾਣ ਲੱਗਿਆ ਸੀ। ਮੇਰੇ ਸੀਨੇ ਦੇ ਵਿੱਚ ਵੀ ਦਿਲ ਸੀ ਅਤੇ ਉਸ ਦੇ ਵਿੱਚ ਜਜ਼ਬਾਤ ਸਨ। ਮੈਨੂੰ ਵੀ ਇੱਕ ਜੀਵਨ ਸਾਥੀ ਦੀ ਜ਼ਰੂਰਤ ਸੀ। ਮਹਿਸੂਸ ਹੁੰਦੀ ਸੀ ਜੋ ਮੈਨੂੰ ਆਪਣੇ ਗਲ ਦੇ ਨਾਲ ਲਗਾ ਕੇ ਕਹੇ ਕਿ ਹਰਮੀਤ ਸਾਰੇ ਦੁੱਖ ਦਿਲ ਦੇ ਵਿੱਚੋਂ ਕੱਢ ਦਿਓ। ਮੈਂ ਹਾਂ ਤੁਹਾਡੇ ਨਾਲ। ਕੀ ਮੇਰੇ ਜੀਵਨ ਦੇ ਵਿੱਚ ਇੱਕ ਜੀਵਨ ਸਾਥੀ ਨਹੀਂ ਸੀ? ਮਾਂ ਦੀ ਆਵਾਜ਼ ਤੇ ਮੈਂ ਖਿਆਲਾਂ ਦੇ ਵਿੱਚੋਂ ਬਾਹਰ ਆਈ ਸੀ। ਮਾਂ ਦੇ ਕਹਿਣ ਦੇ ਅਨੁਸਾਰ ਮੈਂ ਆਪਣੇ ਚਿਹਰੇ ਤੇ ਕੋਈ ਕਰੀਮ ਜਾਂ ਪਾਊਡਰ ਨਹੀਂ ਲਗਾਇਆ। ਬਸ ਇਸੇ ਤਰ੍ਹਾਂ ਹੀ ਚਾਹ ਵਾਲੀ ਟਰੇ ਫੜ ਕੇ ਹਾਲ ਦੇ ਵਿੱਚ ਬਾਹਰ ਆ ਗਈ। ਮੈਨੂੰ ਦੇਖ ਕੇ ਉਹਨਾਂ ਔਰਤਾਂ ਦੇ ਚਿਹਰੇ ਦੇ ਰੰਗ ਬਦਲ ਗਏ ਸਨ। ਉਹ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੀਆਂ ਜਿਵੇਂ ਉਹ ਮੈਨੂੰ ਦੇਖ ਕੇ ਨਿਰਾਸ਼ ਹੋ ਗਈਆਂ ਹੋਣ, ਪਰ ਕੁਝ ਕਹਿ ਨਹੀਂ ਸਕਦੀਆਂ ਸਨ। ਮੈਂ ਉਹਨਾਂ ਦੇ ਸਾਹਮਣੇ ਚੁੱਪਚਾਪ ਜਾ ਕੇ ਬੈਠ ਗਈ ਅਤੇ ਅਗਲੇ ਹੀ ਪਲ ਮੈਂ ਹੈਰਾਨ ਹੋ ਗਈ ਜਦੋਂ ਉਹਨਾਂ ਨੇ ਬਿਨਾਂ ਨਾਸ਼ਤਾ ਕੀਤੇ ਹੀ ਮੇਰੇ ਹੱਥ ਤੇ ਸ਼ਗਨ ਦੇ ਤੌਰ ਤੇ 5000 ਰੱਖ ਦਿੱਤੇ। ਉਹਨਾਂ ਦੇ ਵਿੱਚੋਂ ਇੱਕ ਔਰਤ ਬੋਲੀ ਕਿ ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ। ਤੁਹਾਡੀ ਬੇਟੀ ਸਾਨੂੰ ਬਹੁਤ ਪਸੰਦ ਆਈ ਹੈ। ਮੈਂ ਹੈਰਾਨੀ ਨਾਲ ਉਸ ਔਰਤ ਦੇ ਵੱਲ ਵੇਖਣ ਲੱਗੀ। ਉਸਨੇ ਆਪਣੇ ਬੈਗ ਦੇ ਵਿੱਚੋਂ ਇੱਕ ਤਸਵੀਰ ਕੱਢੀ ਅਤੇ ਟੇਬਲ ਤੇ ਰੱਖ ਦਿੱਤੀ। ਕਹਿਣ ਲੱਗੀ, ਇਹ ਸਾਡਾ ਬੇਟਾ ਹੈ। ਜੇਕਰ ਤੁਸੀਂ ਚਾਹੋ ਤਾਂ ਤਸਵੀਰ ਦੇਖ ਲਓ
ਅਤੇ ਇਸ ਨੂੰ ਸਾਡੇ ਘਰ ਆ ਕੇ ਵੀ ਦੇਖ ਸਕਦੇ ਹੋ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਬਸ ਅਸੀਂ ਚਾਹੁੰਦੇ ਹਾਂ ਕਿ ਇਹ ਵਿਆਹ ਜਲਦੀ ਤੋਂ ਜਲਦੀ ਹੋ ਜਾਵੇ। ਮੇਰੀ ਨਿਗਾਹ ਉਸ ਤਸਵੀਰ ਤੇ ਪਈ। ਉਹ ਇੱਕ ਨੌਜਵਾਨ ਤੇ ਬਹੁਤ ਹੀ ਖੂਬਸੂਰਤ ਲੜਕਾ ਸੀ। ਉਸਨੇ ਅੱਖਾਂ ਤੇ ਕਾਲਾ ਚਸ਼ਮਾ ਲਗਾਇਆ ਹੋਇਆ ਸੀ, ਮੈਨੂੰ ਜਿਵੇਂ ਕਿਸੇ ਫਿਲਮ ਦਾ ਹੀਰੋ ਹੋਵੇ। ਉਸ ਨੂੰ ਦੇਖ ਕੇ ਮੇਰਾ ਦਿਲ ਜ਼ੋਰ ਦੀ ਧੜਕ ਉੱਠਿਆ ਸੀ। ਮੈਨੂੰ ਤਾਂ ਇਹ ਸਭ ਕੁਝ ਕਿਸੇ ਸੁਪਨੇ ਦੀ ਤਰ੍ਹਾਂ ਲੱਗ ਰਿਹਾ ਸੀ ਅਤੇ ਮੇਰੀ ਮਾਂ ਤਾਂ ਖੁਸ਼ੀ ਦੇ ਨਾਲ ਪਾਗਲ ਹੋ ਰਹੀ ਸੀ। ਉਹਨਾਂ ਦਾ ਤਾਂ ਮਨ ਕਰ ਰਿਹਾ ਸੀ ਕਿ ਉਹ ਮੈਨੂੰ ਹੁਣੇ ਦੀ ਹੁਣੇ ਹੀ ਵਿਦਾ ਕਰ ਦੇਵੇ। ਖੈਰ 15 ਦਿਨਾਂ ਬਾਅਦ ਵਿਆਹ ਦੀ ਤਰੀਕ ਪੱਕੀ ਹੋ ਗਈ ਸੀ ਅਤੇ ਮੇਰੀ ਮਾਂ ਵੀ ਇਸ ਗੱਲ ਤੇ ਸਹਿਮਤ ਸੀ। ਔਰਤਾਂ ਦੇ ਜਾਣ ਤੋਂ ਬਾਅਦ ਮਾਂ ਨੇ ਮੈਨੂੰ ਗਲ ਲਗਾਇਆ, ਪਰ ਮੈਂ ਕਿਹਾ ਮਾਂ ਇੰਨੀ ਜਲਦਬਾਜ਼ੀ ਠੀਕ ਨਹੀਂ ਹੈ। ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਇੰਨਾ ਖੂਬਸੂਰਤ ਗੋਰਾ ਚਿੱਟਾ ਲੜਕਾ ਮੈਨੂੰ ਪਸੰਦ ਕਿਉਂ ਕਰੇਗਾ। ਮੇਰੀ ਇਸ ਗੱਲ ਤੇ ਮਾਂ ਨੇ ਇੱਕ ਪਲ ਦੇ ਲਈ ਆਪਣੀਆਂ ਨਜ਼ਰਾਂ ਝੁਕਾਈਆਂ, ਜਿਵੇਂ ਉਹ ਮੇਰੇ ਤੋਂ ਕੁਝ ਲੁਕੋ ਰਹੀ ਹੋਵੇ। ਫਿਰ ਉਹ ਕੁਝ ਸੋਚਦੇ ਹੋਏ ਬੋਲੀ ਕਿ ਪਾਗਲ, ਜ਼ਿਆਦਾ ਸੋਚ ਨਾ। ਮੇਰੀ ਬੇਟੀ ਤਾਂ ਲੱਖਾਂ ਦੇ ਵਿੱਚੋਂ ਇੱਕ ਹੈ, ਬਸ ਦੇਖਣ ਵਾਲੀ ਨਜ਼ਰ ਹੋਣੀ ਚਾਹੀਦੀ ਹੈ। ਕਮਰੇ ਦੇ ਵਿੱਚ ਜਾਂਦੇ ਹੀ ਮੈਂ ਬੇਚੈਨ ਹੋ ਗਈ ਸੀ। ਮੈਂ ਸ਼ੀਸ਼ੇ ਦੇ ਸਾਹਮਣੇ ਜਾ ਕੇ ਆਪਣੇ ਆਪ ਨੂੰ ਵੇਖਿਆ। ਸਾਵਲਾ ਰੰਗ, ਹੱਡੀਆਂ ਦਾ ਢਾਂਚਾ, ਸਰੀਰ। ਮੇਰੇ ਵਿੱਚ ਤਾਂ ਕੋਈ ਐਸੀ ਗੱਲ ਨਹੀਂ ਸੀ ਕਿ ਕੋਈ ਮੈਨੂੰ ਪਸੰਦ ਕਰਦਾ। ਹਰ ਵਾਰ ਕੋਈ ਵੀ ਮੈਨੂੰ ਦੇਖਣ ਆਉਂਦਾ ਸੀ ਇਨਕਾਰ ਕਰ ਜਾਂਦਾ ਸੀ। ਕਹਿੰਦੇ ਸਨ ਕਿ ਲੜਕੀ ਇੱਕ ਤਾਂ ਕਾਲੀ ਹੈ ਅਤੇ ਉੱਪਰੋਂ ਹੱਡੀਆਂ ਦਾ ਢਾਂਚਾ ਹੈ। ਮਾਂ ਤੇ ਰਿਸ਼ਤਿਆਂ ਦੀਆਂ ਗੱਲਾਂ ਨੇ ਮੈਨੂੰ ਅੰਦਰੋਂ ਅੰਦਰ ਹੀ ਖਤਮ ਕਰ ਦਿੱਤਾ ਸੀ। ਮੇਰਾ ਚਿਹਰਾ ਬੇਰੰਗ ਹੋ ਚੁੱਕਿਆ ਸੀ ਅਤੇ ਮੈਂ ਆਪਣੀ ਉਮਰ ਤੋਂ ਵੱਡੀ ਦਿਖਣ ਲੱਗੀ ਸੀ। ਪਰ ਅੱਜ ਇਹਨਾਂ ਔਰਤਾਂ ਨੇ ਮੇਰੇ ਵਿੱਚ ਅਜਿਹਾ ਕੀ ਦੇਖਿਆ, ਇਹ ਮੈਨੂੰ ਸਮਝ ਨਹੀਂ ਆ ਰਿਹਾ ਸੀ। ਮੇਰੀ ਮਾਂ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਬਿਜੀ ਹੋ ਗਈ ਅਤੇ ਦਿਲ ਦੇ ਵਿੱਚ ਮੈਂ ਵੀ ਨਵੇਂ ਸੁਪਨੇ ਬੁਣਨ ਲੱਗੀ ਸੀ। ਕਦੇ-ਕਦੇ ਮੈਂ ਉਸ ਲੜਕੇ ਦੀ ਤਸਵੀਰ ਦੇਖਦੀ ਤਾਂ ਮੇਰੇ ਦਿਲ ਦੀਆਂ ਧੜਕਣਾਂ ਵੀ ਤੇਜ਼ ਹੋ ਜਾਂਦੀਆਂ ਸਨ। ਮੈਂ ਸੋਚਦੀ ਕਿ ਆਖਰਕਾਰ ਅਜਿਹੀ ਕਿਹੜੀ ਮਜਬੂਰੀ ਰਹੀ ਹੋਵੇਗੀ ਕਿ ਇਹ ਲੜਕਾ ਮੇਰੇ ਨਾਲ ਵਿਆਹ ਕਰ ਰਿਹਾ ਹੈ। ਸਮਾਂ ਆਪਣੀ ਰਫ਼ਤਾਰ ਦੇ ਨਾਲ ਲੰਘਿਆ ਅਤੇ ਵਿਆਹ ਦਾ ਦਿਨ ਵੀ ਆ ਗਿਆ। ਮੇਰੇ ਸਹੁਰੇ ਘਰ ਵਾਲਿਆਂ ਦੇ ਵੱਲੋਂ ਬਹੁਤ ਸਾਰਾ ਸਮਾਨ ਆਇਆ ਸੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਮੇਰੇ ਸਹੁਰੇ ਘਰ ਵਾਲੇ ਬਹੁਤ ਜ਼ਿਆਦਾ ਅਮੀਰ ਸਨ। ਮੈਨੂੰ ਤਾਂ ਹੋਰ ਵੀ ਜ਼ਿਆਦਾ ਹੈਰਾਨੀ ਹੋਣ ਲੱਗੀ ਸੀ ਕਿ ਇੰਨੇ ਪੈਸੇ ਵਾਲੇ ਲੋਕ, ਇੰਨਾ ਖੂਬਸੂਰਤ ਹੈਂਡਸਮ ਲੜਕਾ, ਇਹ ਸਭ ਕੁਝ ਕੀ ਸੀ? ਕਿਤੇ ਇਹ ਕੋਈ ਸੁਪਨਾ ਤਾਂ ਨਹੀਂ, ਜਾਂ ਫਿਰ ਕੋਈ ਵੱਡੀ ਗੜਬੜ ਤਾਂ ਨਹੀਂ ਹੋਣ ਵਾਲੀ ਸੀ? ਵਿਆਹ ਤੋਂ ਬਾਅਦ ਜਦੋਂ ਮੈਂ ਸਹੁਰੇ ਘਰ ਪਹੁੰਚੀ ਤਾਂ ਉੱਥੋਂ ਹੀ ਹੈਰਾਨ ਕਰਨ ਵਾਲੇ ਨਜ਼ਾਰੇ ਮੇਰੇ ਸਾਹਮਣੇ ਸਨ। ਵਿਆਹ ਵਿੱਚ ਮੇਰੀ ਸੱਸ ਤੇ ਮੇਰੀਆਂ ਨਨਾਣਾ ਮੇਰੇ ਅੱਗੇ ਪਿੱਛੇ ਘੁੰਮ ਰਹੀਆਂ ਸਨ, ਪਰ ਘਰ ਆਉਂਦੇ ਹੀ ਉਹ ਮੇਰੇ ਤੋਂ ਦੂਰ ਹੋ ਗਈਆਂ ਸਨ। ਮੇਰੀ ਸੱਸ ਨੇ ਇੱਕ ਨੌਕਰਾਨੀ ਨੂੰ ਕਿਹਾ ਕਿ ਦੋਨਾਂ ਨੂੰ ਉਸਦੇ ਕਮਰੇ ਦੇ ਵਿੱਚ ਛੱਡਿਆ। ਮੈਂ ਫਟੀਆਂ ਹੋਈਆਂ ਅੱਖਾਂ ਦੇ ਨਾਲ ਇਹ ਸਭ ਕੁਝ ਦੇਖ ਰਹੀ ਸੀ। ਘਰ ਦੇ ਵਿੱਚ ਕਿਤੇ ਵੀ ਵਿਆਹ ਦਾ ਮਾਹੌਲ ਨਹੀਂ ਸੀ। ਘਰ ਦੇ ਵਿੱਚ ਕੋਈ ਮਹਿਮਾਨ ਵੀ ਨਹੀਂ ਸੀ। ਮੇਰਾ ਪਤੀ ਨਕਸ਼, ਜੋ ਗੱਡੀ ਦੇ ਵਿੱਚ ਹੁਣ ਮੇਰੇ ਨਾਲ ਆਇਆ ਸੀ, ਹੁਣ ਉਹ ਘਰੋਂ ਗਾਇਬ ਸੀ। ਨੌਕਰਾਨੀ ਮੈਨੂੰ ਘਰ ਦੇ ਕਮਰੇ ਦੇ ਵਿੱਚ ਛੱਡ ਕੇ ਚਲੀ ਗਈ ਅਤੇ ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰਨ ਲੱਗੀ। ਵਿਆਹ ਦੀ ਪਹਿਲੀ ਰਾਤ ਹਰ ਇੱਕ ਲੜਕੀ ਦੇ ਲਈ ਘਬਰਾਹਟ ਭਰੀ ਹੁੰਦੀ ਹੈ ਅਤੇ ਮੈਂ ਵੀ ਬਹੁਤ ਜ਼ਿਆਦਾ ਘਬਰਾਈ ਹੋਈ ਸੀ। ਜਦੋਂ ਕਿਸੇ ਦੇ ਆਉਣ ਦੀ ਆਵਾਜ਼ ਆਈ ਤਾਂ ਮੈਂ ਹੋਰ ਵੀ ਘਬਰਾ ਕੇ ਬੈਠ ਗਈ ਸੀ। ਦਰਵਾਜ਼ਾ ਖੁੱਲਿਆ ਅਤੇ ਮੇਰਾ ਪਤੀ ਨਕਸ਼ ਕਮਰੇ ਦੇ ਵਿੱਚ ਦਾਖਲ ਹੋਇਆ। ਉਸਨੇ ਦਰਵਾਜ਼ਾ ਅੰਦਰ ਤੋਂ ਬੰਦ ਕੀਤਾ ਅਤੇ ਮੇਰੇ ਸਾਹਮਣੇ ਆ ਕੇ ਬੈਠ ਗਿਆ। ਮੈਂ ਆਪਣੇ ਘੁੰਡ ਦੇ ਵਿੱਚੋਂ ਦੇਖਿਆ ਤਾਂ ਉਹੀ ਖੂਬਸੂਰਤ ਸਮਾਰਟ ਲੜਕਾ ਸੀ। ਅੱਖਾਂ ਤੇ ਕਾਲਾ ਚਸ਼ਮਾ ਲਗਾਇਆ ਹੋਇਆ ਸੀ। ਮੇਰਾ ਦਿਲ ਜ਼ੋਰ ਦੀ ਧੜਕਣ ਲੱਗਿਆ ਅਤੇ ਮੈਂ ਆਉਣ ਵਾਲੇ ਪਲਾਂ ਦੇ ਲਈ ਬੇਤਾਬ ਹੋ ਗਈ। ਨਕਸ਼ ਨੇ ਮੇਰਾ ਘੁੰਡ ਚੁੱਕ ਦਿੱਤਾ ਅਤੇ ਮੈਂ ਉਸਦੇ ਮੂੰਹੋਂ ਕੁਝ ਸੁਣਨ ਦੇ ਲਈ ਬੇਚੈਨ ਸੀ। ਮੇਰੇ ਦਿਲ ਦੇ ਵਿੱਚ ਡਰ ਸੀ ਕਿ ਪਤਾ ਨਹੀਂ ਉਹ ਮੈਨੂੰ ਪਸੰਦ ਕਰੇਗਾ ਜਾਂ ਨਹੀਂ। ਉਸਦੇ ਘਰ ਵਾਲਿਆਂ ਨੇ ਤਾਂ ਜ਼ਰੂਰ ਉਸ ਨੂੰ ਮੇਰੇ ਬਾਰੇ ਦੱਸਿਆ ਹੀ ਹੋਵੇਗਾ, ਪਰ ਉਹ ਚੁੱਪ ਸੀ, ਕੁਝ ਵੀ ਨਹੀਂ ਬੋਲ ਰਿਹਾ ਸੀ। ਉਸਨੇ ਅਜੇ ਵੀ ਆਪਣੀਆਂ ਅੱਖਾਂ ਤੇ ਕਾਲਾ ਚਸ਼ਮਾ ਲਗਾਇਆ ਹੋਇਆ ਸੀ। ਸ਼ਾਇਦ
ਇਹ ਉਹਦਾ ਕੋਈ ਫੈਸ਼ਨ ਸੀ, ਕਿਉਂਕਿ ਉਸ ਦੇ ਗੋਰੇ ਚਿਹਰੇ ਤੇ ਕਾਲਾ ਚਸ਼ਮਾ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਿਹਾ ਸੀ। ਮੈਂ ਝੱਟ ਆਪਣੀਆਂ ਨਜ਼ਰਾਂ ਝੁਕਾ ਲਈਆਂ। ਅਗਲੇ ਹੀ ਪਲ ਨਕਸ਼ ਨੇ ਮੇਰੇ ਹੱਥਾਂ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਅਤੇ ਮੇਰੀ ਉਂਗਲ ਦੇ ਵਿੱਚ ਇੱਕ ਸੋਨੇ ਦੀ ਅੰਗੂਠੀ ਪਾ ਦਿੱਤੀ। ਕਹਿਣ ਲੱਗਿਆ, ਇਹ ਤੁਹਾਡੀ ਮੂੰਹ ਦਿਖਾਈ ਦਾ ਤੋਹਫਾ ਹੈ। ਉਸਨੇ ਆਪਣਾ ਚਸ਼ਮਾ ਲਾ ਕੇ ਸਾਈਡ ਤੇ ਰੱਖਿਆ ਅਤੇ ਕਿਹਾ, ਹਰਮੀਤ, ਮੇਰੀ ਮਾਂ ਨੇ ਦੱਸਿਆ ਹੀ ਸੀ ਕਿ ਤੁਸੀਂ ਬਹੁਤ ਸੁੰਦਰ ਹੋ, ਕਿਸੇ ਪਰੀ ਦੀ ਤਰ੍ਹਾਂ। ਕਾਸ਼ ਮੈਂ ਤੁਹਾਡਾ ਖੂਬਸੂਰਤ ਚਿਹਰਾ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦਾ। ਨਕਸ਼ ਦੀ ਗੱਲ ਸੁਣ ਕੇ ਮੇਰੇ ਦਿਮਾਗ ਦੇ ਵਿੱਚ ਜਿਵੇਂ ਧਮਾਕਾ ਹੋਇਆ ਸੀ। ਮੈਂ ਉਸਦੇ ਵੱਲ ਦੇਖ ਰਹੀ ਸੀ ਅਤੇ ਜਿਵੇਂ ਉਹ ਮੇਰੇ ਵੱਲ ਦੇਖਣ ਦੀ ਬਜਾਏ ਕਿਸੇ ਹੋਰ ਪਾਸੇ ਦੇਖ ਰਿਹਾ ਸੀ। ਘਬਰਾ ਕੇ ਮੈਂ ਕਿਹਾ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮੈਂ ਤੁਹਾਡੇ ਸਾਹਮਣੇ ਹੀ ਤਾਂ ਬੈਠੀ ਹਾਂ। ਦੇਖੋ ਮੈਨੂੰ। ਤਾਂ ਉਹ ਹੌਲੀ ਜਿਹੀ ਬੋਲਿਆ, ਕਿਉਂ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ? ਤੁਹਾਨੂੰ ਤਾਂ ਪਤਾ ਹੈ ਨਾ ਕਿ ਮੈਂ ਦੇਖ ਨਹੀਂ ਸਕਦਾ। ਅਤੇ ਉਸ ਦੀ ਗੱਲ ਸੁਣ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ। ਸਭ ਕੁਝ ਮੇਰੇ ਸਾਹਮਣੇ ਸਾਫ਼ ਹੋਣ ਲੱਗਿਆ। ਹੁਣ ਔਰਤਾਂ ਦਾ ਮੈਨੂੰ ਦੇਖਦੇ ਹੀ ਪਸੰਦ ਕਰ ਲੈਣਾ, ਰਿਸ਼ਤੇ ਦੇ ਲਈ ਤੁਰੰਤ ਹਾਮੀ ਭਰ ਦੇਣਾ, ਵਿਆਹ ਦੀ ਇੰਨੀ ਜਲਦਬਾਜ਼ੀ ਅਤੇ ਮੇਰੀ ਮਾਂ ਦਾ ਮੇਰੇ ਤੋਂ ਨਜ਼ਰਾਂ ਚੁਰਾਉਣਾ। ਹੁਣ ਮੈਨੂੰ ਇਹ ਸਭ ਕੁਝ ਸਮਝ ਆ ਰਿਹਾ ਸੀ। ਮੇਰੀ ਮਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਨਕਸ਼ ਅੰਨਾ ਹੈ। ਉਹਨਾਂ ਨੇ ਮੇਰੇ ਤੋਂ ਸੱਚ ਲੁਕੋ ਕੇ ਮੈਨੂੰ ਇਸ ਰਿਸ਼ਤੇ ਦੇ ਵਿੱਚ ਬੰਨ੍ਹ ਦਿੱਤਾ ਸੀ। ਨਕਸ਼ ਨੂੰ ਵੀ ਮੇਰੇ ਬਾਰੇ ਝੂਠ ਦੱਸਿਆ ਗਿਆ ਸੀ ਕਿ ਲੜਕੀ ਬਹੁਤ ਜ਼ਿਆਦਾ ਖੂਬਸੂਰਤ ਹੈ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਸਨ। ਨਕਸ਼ ਨੇ ਕਿਹਾ, ਹਰਮੀਤ, ਤੁਸੀਂ ਕੁਝ ਬੋਲ ਕਿਉਂ ਨਹੀਂ ਰਹੇ? ਮਾਂ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਨੇ ਤੁਹਾਨੂੰ ਮੇਰੀ ਕਮੀ ਦੇ ਬਾਰੇ ਦੱਸ ਦਿੱਤਾ ਹੈ ਅਤੇ ਤੁਹਾਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ। ਹਰਮੀਤ, ਤੁਸੀਂ ਵਾਕਿਆ ਹੀ ਬਹੁਤ ਚੰਗੇ ਦਿਲ ਵਾਲੇ ਹੋ। ਨਹੀਂ ਤਾਂ ਏਡੀ ਵੱਡੀ ਕਮੀ ਦੇ ਨਾਲ ਕਿਹੜੀ ਲੜਕੀ ਮੇਰੇ ਨਾਲ ਵਿਆਹ ਕਰਨ ਦੇ ਲਈ ਤਿਆਰ ਹੁੰਦੀ? ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿੰਦੇ ਰਹੇ। ਮੈਂ ਪਰਮਾਤਮਾ ਅੱਗੇ ਜੀਵਨ ਸਾਥੀ ਦੀ ਪ੍ਰਾਰਥਨਾ ਕਰਦੀ ਸੀ, ਪਰ ਮੈਂ ਇੱਕ ਅਜਿਹਾ ਜੀਵਨ ਸਾਥੀ ਨਹੀਂ ਚਾਹੁੰਦੀ ਸੀ ਜੋ ਮੈਨੂੰ ਦੇਖ ਵੀ ਨਾ ਸਕੇ। ਹਾਂ, ਮੈਂ ਬਹੁਤ ਸੁੰਦਰ ਨਹੀਂ ਸੀ, ਪਰ ਫਿਰ ਵੀ ਮੈਂ ਚਾਹੁੰਦੀ ਸੀ ਕਿ ਮੇਰਾ ਸਾਥੀ ਮੈਨੂੰ ਦੇਖੇ, ਮੇਰੇ ਨਾਲ ਹਰ ਇੱਕ ਕਦਮ ਦੇ ਨਾਲ ਕਦਮ ਮਿਲਾ ਕੇ ਚੱਲੇ। ਪਰ ਇੱਥੇ ਤਾਂ ਨਕਸ਼ ਨੂੰ ਮੇਰੇ ਹੀ ਸਹਾਰੇ ਦੀ ਜ਼ਰੂਰਤ ਸੀ। ਉਹ ਮੇਰਾ ਸਹਾਰਾ ਕੀ ਬਣਦਾ? ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਅਜੇ ਵੀ ਵਹਿ ਰਹੇ ਸਨ। ਮੈਂ ਸਭ ਕੁਝ ਭੁੱਲ ਕੇ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਚੁੱਕੀ ਸੀ। ਉਸ ਰਾਤ ਨਕਸ਼ ਨੇ ਮੈਨੂੰ ਹਰ ਪਲ ਇਹ ਮਹਿਸੂਸ ਕਰਵਾਇਆ ਕਿ ਮੈਂ ਉਸ ਦੇ ਲਈ ਕਿੰਨੀ ਖਾਸ ਹਾਂ। ਉਸ ਦਾ ਪਿਆਰ ਜਤਾਉਣ ਦਾ ਤਰੀਕਾ ਬਹੁਤ ਹੀ ਅਲੱਗ ਸੀ। ਇਸ ਅਹਿਸਾਸ ਨੇ ਮੇਰੇ ਦਿਲ ਦੇ ਅੰਦਰ ਉਸ ਦੇ ਲਈ ਪਿਆਰ ਭਰ ਦਿੱਤਾ। ਜੇਕਰ ਪ੍ਰਮਾਤਮਾ ਨੇ ਉਸ ਨੂੰ ਇੱਕ ਕਮੀ ਦਿੱਤੀ ਸੀ ਤਾਂ ਮੈਨੂੰ ਵੀ ਪ੍ਰਮਾਤਮਾ ਨੇ ਕੁਝ ਕਮੀਆਂ ਦਿੱਤੀਆਂ ਸਨ। ਜੇਕਰ ਨਕਸ਼ ਦੀਆਂ ਅੱਖਾਂ ਹੁੰਦੀਆਂ ਅਤੇ ਉਹ ਮੈਨੂੰ ਦੇਖ ਸਕਦਾ ਤਾਂ ਸ਼ਾਇਦ ਉਹ ਮੇਰੇ ਵਰਗੀ ਸਧਾਰਨ ਲੜਕੀ ਨੂੰ ਕਦੇ ਵੀ ਜੀਵਨ ਸਾਥੀ ਦੇ ਰੂਪ ਵਿੱਚ ਨਹੀਂ ਚੁਣਦਾ। ਇਹ ਸੋਚ ਕੇ ਮੈਂ ਨਕਸ਼ ਨੂੰ ਆਪਣਾ ਤੇ ਜੀਵਨ ਸਾਥੀ ਦਿਲ ਤੋਂ ਸਵੀਕਾਰ ਕਰ ਲਿਆ। ਹੁਣ ਮੈਂ ਉਸ ਦੀਆਂ ਬਾਹਾਂ ਦੇ ਵਿੱਚ ਸਕੂਨ ਦੇ ਨਾਲ ਸੌਂ ਰਹੀ ਸੀ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਅਜੇ ਹੋਰ ਵੀ ਮੁਸ਼ਕਲਾਂ ਆਉਣ ਵਾਲੀਆਂ ਸਨ। ਕੁਝ ਦਿਨ ਸਹੁਰੇ ਘਰ ਬਿਤਾਉਣ ਤੋਂ ਬਾਅਦ ਵੀ ਮੇਰੇ ਮਨ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ। ਨਕਸ਼ ਬਹੁਤ ਜ਼ਿਆਦਾ ਪਿਆਰ ਕਰਨ ਵਾਲਾ ਪਤੀ ਸੀ। ਉਹ ਮੇਰਾ ਬਹੁਤ ਜ਼ਿਆਦਾ ਧਿਆਨ ਰੱਖਦਾ ਸੀ, ਪਰ ਕੁਝ ਤਾਂ ਅਜਿਹਾ ਸੀ ਜੋ ਅੰਦਰ ਹੀ ਅੰਦਰ ਮੈਨੂੰ ਪਰੇਸ਼ਾਨ ਕਰ ਰਿਹਾ ਸੀ। ਉਸ ਦਾ ਅੰਨਾਪਣ ਮੈਨੂੰ ਕਦੇ ਵੀ ਸਮੱਸਿਆ ਨਹੀਂ ਲੱਗਿਆ ਸੀ, ਪਰ ਉਸ ਲਈ ਪਰਿਵਾਰ ਦਾ ਅਜੀਬ ਵਿਹਾਰ ਮੈਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਰਿਹਾ ਸੀ। ਵਿਆਹ ਤੋਂ ਬਾਅਦ ਉਸ ਦੀ ਮਾਂ ਅਤੇ ਭੈਣਾਂ ਜਿਵੇਂ ਮੈਨੂੰ ਨਜ਼ਰਅੰਦਾਜ਼ ਕਰ ਰਹੀਆਂ ਸਨ, ਉਹ ਮੈਨੂੰ ਹੈਰਾਨ ਕਰ ਰਿਹਾ ਸੀ। ਘਰ ਦੇ ਵਿੱਚ ਨਾ ਤਾਂ ਕੋਈ ਖਾਸ ਖੁਸ਼ੀ ਸੀ ਅਤੇ ਨਾ ਹੀ ਕਿਸੇ ਨੇ ਢੰਗ ਦੇ ਨਾਲ ਮੇਰੇ ਨਾਲ ਗੱਲਬਾਤ ਕੀਤੀ ਸੀ। ਸਭ ਕੁਝ ਬੇਚੈਨ ਅਤੇ ਠੰਡਾ ਠੰਡਾ ਲੱਗ ਰਿਹਾ ਸੀ। ਇੱਕ ਰਾਤ ਜਦੋਂ ਨਕਸ਼ ਸੌਂ ਰਿਹਾ ਸੀ ਤਾਂ ਮੈਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਇਹ ਆਵਾਜ਼ਾਂ ਸ਼ਾਇਦ ਘਰ ਦੇ ਪਿਛਲੇ ਹਿੱਸੇ ਦੇ ਵਿੱਚੋਂ ਆ ਰਹੀਆਂ ਸਨ, ਜੋ ਕਮਰਾ ਹਮੇਸ਼ਾ ਬੰਦ ਰਹਿੰਦਾ ਸੀ। ਉੱਥੋਂ ਖੜਖੜ ਦੀਆਂ ਆਵਾਜ਼ਾਂ ਆ ਰਹੀਆਂ ਸਨ। ਘਰ ਦੇ ਬਾਕੀ ਲੋਕ
ਉੱਥੇ ਕਦੇ ਨਹੀਂ ਜਾਂਦੇ ਸਨ, ਪਰ ਮੈਨੂੰ ਲੱਗਿਆ ਕਿ ਉੱਥੇ ਕੋਈ ਹੈ। ਮੈਂ ਬਿਸਤਰੇ ਤੋਂ ਉੱਠੀ। ਮੈਂ ਹੌਲੀ-ਹੌਲੀ ਪੌੜੀਆਂ ਤੋਂ ਹੇਠਾਂ ਉਤਰਨ ਲੱਗੀ। ਨੀਚੇ ਪਹੁੰਚ ਕੇ ਮੈਂ ਦੇਖਿਆ ਕਮਰੇ ਦੇ ਵਿੱਚ ਹਲਕੀ ਜਿਹੀ ਰੌਸ਼ਨੀ ਹੈ। ਅੰਦਰੋਂ ਹੌਲੀ-ਹੌਲੀ ਆਵਾਜ਼ਾਂ ਆ ਰਹੀਆਂ ਸਨ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ ਸੀ। ਮੈਂ ਦਰਵਾਜ਼ੇ ਨੂੰ ਥੋੜਾ ਜਿਹਾ ਖੋਲ੍ਹਿਆ ਅਤੇ ਅੰਦਰ ਦੇਖਿਆ ਤਾਂ ਅੰਦਰ ਨਕਸ਼ ਦੀ ਮਾਂ ਤੇ ਉਸ ਦੀਆਂ ਭੈਣਾਂ ਕਿਸੇ ਅਣਜਾਣ ਆਦਮੀ ਦੇ ਨਾਲ ਗੱਲਾਂ ਕਰ ਰਹੀਆਂ ਸਨ। ਮੈਂ ਸੁਣਿਆ ਕਿ ਉਹ ਕਹਿ ਰਹੀਆਂ ਸਨ ਕਿ ਇਹ ਸਭ ਕੁਝ ਜਲਦੀ ਖਤਮ ਹੋਣਾ ਚਾਹੀਦਾ ਹੈ। ਅਸੀਂ ਹਰਮੀਤ ਨੂੰ ਵੀ ਇਸ ਘਰ ਦੇ ਵਿੱਚ ਬੁਲਾ ਲਿਆ ਹੈ। ਹੁਣ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ। ਪਿਛਲੀ ਵਾਰ ਜੋ ਹੋਇਆ ਉਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਨਕਸ਼ ਨੂੰ ਕੁਝ ਵੀ ਪਤਾ ਨਹੀਂ ਲੱਗਣਾ ਚਾਹੀਦਾ ਅਤੇ ਹਰਮੀਤ ਨੂੰ ਵੀ। ਮੇਰੇ ਸਾਹ ਅੜਕ ਗਏ ਸਨ। ਇਹ ਕੀ ਹੋ ਰਿਹਾ ਸੀ? ਮੈਂ ਘਬਰਾ ਗਈ। ਆਵਾਜ਼ਾਂ ਬਿਲਕੁਲ ਸਾਫ਼ ਸੁਣਾਈ ਦੇ ਰਹੀਆਂ ਸਨ। ਉਸ ਦੀ ਭੈਣ ਕਹਿ ਰਹੀ ਸੀ ਕਿ ਸਾਨੂੰ ਜਲਦੀ ਤੋਂ ਜਲਦੀ ਇਹ ਕੰਮ ਖਤਮ ਕਰਨਾ ਪਵੇਗਾ। ਜੇਕਰ ਹਰਮੀਤ ਨੂੰ ਕੁਝ ਵੀ ਸ਼ੱਕ ਹੋ ਗਿਆ ਤਾਂ ਸਾਡੇ ਸਾਰੇ ਪਲਾਨ ਬਰਬਾਦ ਹੋ ਜਾਣਗੇ। ਮੈਂ ਬਹੁਤ ਪਰੇਸ਼ਾਨ ਸੀ। ਹੁਣ ਮੈਂ ਸੋਚ ਲਿਆ ਸੀ ਕਿ ਜੋ ਕੁਝ ਵੀ ਇਹ ਹੋ ਰਿਹਾ ਹੈ ਉਸ ਤੋਂ ਮੈਂ ਪਰਦਾ ਜ਼ਰੂਰ ਚੁੱਕਾਂਗੀ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਘਰ ਦੇ ਵਿੱਚ ਕੁਝ ਤਾਂ ਅਜੀਬ ਹੋ ਰਿਹਾ ਹੈ। ਘਰ ਦੇ ਸਾਰੇ ਲੋਕ ਬਾਹਰ ਬੈਠ ਕੇ ਖਾਣਾ ਖਾਂਦੇ ਸਨ, ਜਦੋਂ ਕਿ ਮੇਰਾ ਅਤੇ ਨਕਸ਼ ਦਾ ਖਾਣਾ ਅੰਦਰ ਕਮਰੇ ਦੇ ਵਿੱਚ ਆਉਂਦਾ ਸੀ। ਮੈਂ ਹੈਰਾਨ ਸੀ। ਇਸ ਕਰਕੇ ਇੱਕ ਦਿਨ ਮੈਂ ਨਕਸ਼ ਤੋਂ ਪੁੱਛ ਲਿਆ ਕਿ ਉਹ ਬਾਕੀ ਸਾਰੇ ਮਿਲ ਕੇ ਬਾਹਰ ਖਾਣਾ ਖਾਂਦੇ ਹਨ, ਅਸੀਂ ਉਹਨਾਂ ਦੇ ਨਾਲ ਬੈਠ ਕੇ ਖਾਣਾ ਕਿਉਂ ਨਹੀਂ ਖਾਂਦੇ? ਤਾਂ ਨਕਸ਼ ਨੇ ਇਸ ਸਵਾਲ ਨੂੰ ਹੱਸ ਕੇ ਟਾਲਦੇ ਹੋਏ ਕਿਹਾ, ਕੀ ਫਰਕ ਪੈਂਦਾ ਹੈ ਹਰਮੀਤ? ਬਲਕਿ ਸਾਡੇ ਲਈ ਚੰਗਾ ਹੀ ਹੈ ਕਿ ਅਸੀਂ ਇੱਕ ਦੂਜੇ ਦੇ ਹੋਰ ਵੀ ਨੇੜੇ ਰਹਿੰਦੇ ਹਾਂ। ਪਰ ਉਸ ਰਾਤ ਮੈਂ ਸ਼ਾਂਤ ਹੋ ਕੇ ਖਾਣਾ ਖਾਧਾ ਸੀ। ਸਾਡੇ ਘਰ ਦੇ ਵਿੱਚ ਇੱਕ ਪੁਰਾਣੀ ਨੌਕਰਾਨੀ ਸੀ, ਨੀਤੂ ਆਂਟੀ, ਜੋ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਉਹਨਾਂ ਦਾ ਵਿਹਾਰ ਮੇਰੇ ਪ੍ਰਤੀ ਬਹੁਤ ਚੰਗਾ ਸੀ ਅਤੇ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਹੈ, ਪਰ ਉਹ ਕਹਿ ਨਹੀਂ ਸਕੀ। ਮੈਂ ਸੋਚ ਲਿਆ ਸੀ ਕਿ ਮੈਂ ਇਸ ਰਾਜ਼ ਦੇ ਬਾਰੇ ਉਹਨਾਂ ਤੋਂ ਹੀ ਪੁੱਛਾਂਗੀ। ਇੱਕ ਦਿਨ ਰਾਤ ਨੂੰ ਜਦੋਂ ਨਕਸ਼ ਘਰ ਦੇ ਵਿੱਚ ਨਹੀਂ ਸੀ ਤਾਂ ਨੀਤੂ ਆਂਟੀ ਮੇਰੇ ਲਈ ਥਾਲੀ ਲੈ ਕੇ ਆਈ। ਮੈਂ ਉਹਨਾਂ ਦਾ ਹੱਥ ਫੜ ਲਿਆ ਅਤੇ ਕਿਹਾ, ਨੀਤੂ ਆਂਟੀ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਉਹ ਘਬਰਾ ਗਈ ਅਤੇ ਬੋਲੀ, ਬੇਟਾ, ਅਜੇ ਮੈਨੂੰ ਬਹੁਤ ਕੰਮ ਹੈ, ਮੈਂ ਬਾਅਦ ਦੇ ਵਿੱਚ ਆਵਾਂਗੀ। ਪਰ ਮੈਂ ਉਹਨਾਂ ਨੂੰ ਰੁਕਣ ਦੇ ਲਈ ਕਿਹਾ ਅਤੇ ਉਹਨਾਂ ਦੇ ਅੱਗੇ ਬੇਨਤੀ ਕੀਤੀ ਕਿ ਪਲੀਜ਼ ਆਂਟੀ, ਮੈਨੂੰ ਦੱਸੋ ਕਿ ਘਰ ਦੇ ਵਿੱਚ ਸਭ ਕੁਝ ਇੰਨਾ ਅਜੀਬ ਕਿਉਂ ਹੈ? ਪਹਿਲਾਂ ਮੇਰੀ ਸੱਸ ਤੇ ਮੇਰੀ ਨਨਾਣ ਮੈਨੂੰ ਪਿਆਰ ਕਰਦੀਆਂ ਸਨ ਅਤੇ ਹੁਣ ਉਹ ਵਿਆਹ ਤੋਂ ਬਾਅਦ ਮੇਰੇ ਤੋਂ ਦੂਰ ਹੋ ਗਈਆਂ ਹਨ ਅਤੇ ਸਾਨੂੰ ਅਲੱਗ ਕਿਉਂ ਰੱਖਿਆ ਜਾਂਦਾ ਹੈ? ਮੇਰੀ ਗੱਲ ਸੁਣ ਕੇ ਨੀਤੂ ਆਂਟੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਉਹਨਾਂ ਨੇ ਮੇਰੇ ਹੱਥ ਫੜ ਲਏ ਅਤੇ ਕਿਹਾ ਕਿ ਬੇਟਾ, ਨਕਸ਼ ਨੂੰ ਬਚਾ ਲਓ। ਹੌਲੀ-ਹੌਲੀ ਉਹ ਮੌਤ ਦੇ ਵੱਲ ਜਾ ਰਹੇ ਹਨ। ਅਤੇ ਇਹ ਸੁਣ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ। ਮੈਂ ਆਂਟੀ ਦੇ ਵੱਲ ਹੈਰਾਨ ਹੋ ਕੇ ਦੇਖਿਆ। ਮੈਂ ਕਿਹਾ, ਆਂਟੀ, ਇਹ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਨਕਸ਼ ਤਾਂ ਬਿਲਕੁਲ ਠੀਕ ਹੈ, ਉਹਨਾਂ ਨੂੰ ਭਲਾ ਕੀ ਹੋ ਸਕਦਾ ਹੈ? ਆਂਟੀ ਨੇ ਇੱਕ ਡੂੰਘਾ ਸਾਹ ਲੈਂਦੇ ਹੋਏ ਕਿਹਾ, ਬੇਟਾ, ਮੇਰੇ ਕੋਲੇ ਜ਼ਿਆਦਾ ਸਮਾਂ ਨਹੀਂ ਹੈ। ਉਹ ਲੋਕ ਕਦੋਂ ਵੀ ਇਸ ਕਮਰੇ ਦੇ ਵਿੱਚ ਆ ਸਕਦੇ ਹਨ, ਪਰ ਫਿਰ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਨਕਸ਼ ਬਾਬੂ ਇਸ ਘਰ ਦੇ ਸਕੇ ਬੇਟੇ ਨਹੀਂ ਆ। ਵੱਡੀ ਮਾਲਕਣ ਦੇ ਸਕੇ ਬੱਚੇ ਤਾਂ ਦੋ ਹੀ ਹਨ, ਇੱਕ ਬੇਟਾ ਤੇ ਇੱਕ ਬੇਟੀ। ਨਕਸ਼ ਬਾਬੂ ਤਾਂ ਸਾਹਿਬ ਦੀ ਪਹਿਲੀ ਪਤਨੀ ਤੋਂ ਹਨ ਤੇ ਜੋ ਉਹਨਾਂ ਨੂੰ 5 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਸਾਹਿਬ ਨੇ ਦੂਜਾ ਵਿਆਹ ਕਰ ਲਿਆ। ਦੂਜੀ ਪਤਨੀ ਮਤਲਬ ਕਿ ਵੱਡੀ ਮਾਲਕਣ ਨਕਸ਼ ਬਾਬੂ ਨੂੰ ਬਾਹਰੋਂ ਤਾਂ ਬਹੁਤ ਪਿਆਰ ਦਿਖਾਉਂਦੀ ਸੀ, ਪਰ ਅੰਦਰੋਂ ਉਹ ਬਹੁਤ ਖਤਰਨਾਕ ਸੀ। ਉਹ ਨਕਸ਼ ਬਾਬੂ ਨੂੰ ਸਾਹਿਬ ਦੀਆਂ ਨਜ਼ਰਾਂ ਤੋਂ ਬਚ ਕੇ ਟੌਰਚਰ ਕਰਦੀ ਸੀ ਅਤੇ ਉਹਨਾਂ ਨੂੰ ਧਮਕਾਉਂਦੀ ਕਿ ਜੇਕਰ ਤੁਸੀਂ ਕਿਸੇ ਨੂੰ ਕੁਝ ਵੀ ਕਿਹਾ ਤਾਂ ਤੁਹਾਨੂੰ ਇਸ ਦਾ ਬਹੁਤ ਬੁਰਾ ਅੰਜਾਮ ਭੁਗਤਣਾ ਪਵੇਗਾ। ਨਕਸ਼ ਬਾਬੂ ਡਰ ਜਾਂਦੇ ਸਨ ਅਤੇ ਆਪਣੇ ਪਿਓ ਨੂੰ ਕੋਈ ਗੱਲ ਨਹੀਂ ਦੱਸਦੇ ਸਨ। ਇੱਕ ਵਾਰ ਜਦੋਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਤਾਂ ਉਸ ਸਮੇਂ ਸਿਰਫ 15 ਸਾਲ ਦੇ ਸਨ।
ਡਾਕਟਰ ਨੇ ਇਲਾਜ ਕੀਤਾ ਅਤੇ ਕਿਹਾ ਕਿ ਇਨਫੈਕਸ਼ਨ ਜਲਦੀ ਠੀਕ ਹੋ ਜਾਵੇਗੀ। ਡਾਕਟਰ ਨੇ ਕੁਝ ਦਵਾਈਆਂ ਤੇ ਕੁਝ ਆਈ ਡ੍ਰੌਪਸ ਦਿੱਤੀਆਂ, ਜਿਨ੍ਹਾਂ ਨੂੰ ਲਗਾਤਾਰ ਨਕਸ਼ ਬਾਬੂ ਦੀਆਂ ਅੱਖਾਂ ਦੇ ਵਿੱਚ ਪਾਉਣਾ ਸੀ। ਇਸ ਜ਼ਿੰਮੇਵਾਰੀ ਨੂੰ ਵੱਡੀ ਮਾਲਕਣ ਨੇ ਸਾਂਭ ਲਿਆ ਅਤੇ ਉਹ ਰੋਜ਼ ਦਿਨ ਦੇ ਵਿੱਚ 3 ਵਾਰ ਨਕਸ਼ ਬਾਬੂ ਦੀਆਂ ਅੱਖਾਂ ਦੇ ਵਿੱਚ ਆਈ ਡ੍ਰੌਪਸ ਪਾਉਂਦੀ ਸੀ। ਪਰ ਨਕਸ਼ ਬਾਬੂ ਦੀਆਂ ਅੱਖਾਂ ਠੀਕ ਹੋਣ ਦੀ ਬਜਾਏ ਉਹਨਾਂ ਦੀਆਂ ਅੱਖਾਂ ਦਾ ਇਨਫੈਕਸ਼ਨ ਹੋਰ ਵੀ ਜ਼ਿਆਦਾ ਵੱਧਦਾ ਜਾ ਰਿਹਾ ਸੀ। ਹਰ ਸਮੇਂ ਉਹਨਾਂ ਦੀਆਂ ਅੱਖਾਂ ਲਾਲ ਰਹਿੰਦੀਆਂ ਸਨ ਅਤੇ ਲਗਾਤਾਰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ ਰਹਿੰਦਾ। ਹੌਲੀ-ਹੌਲੀ ਇਹ ਸਥਿਤੀ ਅਜਿਹੀ ਹੋ ਗਈ ਕਿ ਹੁਣ ਉਹਨਾਂ ਤੋਂ ਰੌਸ਼ਨੀ ਵੀ ਬਰਦਾਸ਼ਤ ਨਹੀਂ ਹੁੰਦੀ ਸੀ ਅਤੇ ਉਹਨਾਂ ਨੇ ਕਾਲਾ ਚਸ਼ਮਾ ਪਾਉਣਾ ਸ਼ੁਰੂ ਕਰ ਦਿੱਤਾ। ਕਦੇ-ਕਦੇ ਦਰਦ ਦੇ ਮਾਰੇ ਉਹ ਆਪਣੇ ਕਮਰੇ ਦੇ ਵਿੱਚ ਤੜਫਦੇ ਸਨ। ਵੱਡੇ ਸਾਹਿਬ ਬਹੁਤ ਪਰੇਸ਼ਾਨ ਸਨ। ਉਹ ਡਾਕਟਰ ਦੇ ਕੋਲ ਵੀ ਜਾਂਦੇ, ਪਰ ਡਾਕਟਰ ਸਾਹਿਬ ਹੈਰਾਨ ਸਨ ਕਿ ਦਵਾਈ ਅਸਰ ਕਿਉਂ ਨਹੀਂ ਕਰ ਰਹੀ ਸੀ। ਵੱਡੇ ਸਾਹਿਬ ਨੇ ਕਈ ਡਾਕਟਰਾਂ ਬਦਲੇ, ਪਰ ਨਕਸ਼ ਬਾਬੂ ਦੀਆਂ ਅੱਖਾਂ ਠੀਕ ਨਹੀਂ ਹੋਈਆਂ। ਅਤੇ ਫਿਰ ਇੱਕ ਦਿਨ ਜਦੋਂ ਨਕਸ਼ ਬਾਬੂ ਉੱਠੇ ਤਾਂ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਇਹ ਸਦਮਾ ਵੱਡੇ ਸਾਹਿਬ ਦੇ ਲਈ ਬਹੁਤ ਵੱਡਾ ਸੀ। ਉਸ ਦਿਨ ਉਹ ਆਪਣੇ ਬੇਟੇ ਨੂੰ ਗਲ ਨਾਲ ਲਾ ਕੇ ਬਹੁਤ ਰੋਏ ਸਨ। ਮੈਨੂੰ ਇਹ ਗੱਲ ਬਾਅਦ ਦੇ ਵਿੱਚ ਪਤਾ ਲੱਗੀ ਕਿ ਨਕਸ਼ ਬਾਬੂ ਦੀਆਂ ਅੱਖਾਂ ਦੀ ਰੌਸ਼ਨੀ ਖੋਣ ਵਾਲਾ ਕੋਈ ਹੋਰ ਨਹੀਂ, ਵੱਡੀ ਮਾਲਕਣ ਸੀ। ਉਹਨਾਂ ਨੇ ਜਾਣਬੁੱਝ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਗਲਤ ਦਵਾਈ ਪਾਈ ਸੀ। ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਇੱਕ ਦਿਨ ਜਦੋਂ ਮੈਂ ਮਾਲਕ ਨੂੰ ਕਮਰੇ ਦੇ ਵਿੱਚ ਚਾਹ ਦੇਣ ਦੇ ਲਈ ਗਈ ਤਾਂ ਮੈਂ ਉਹਨਾਂ ਮਾਂ ਬੇਟੀ ਦੀਆਂ ਗੱਲਾਂ ਸੁਣੀਆਂ ਸਨ। ਵੱਡੀ ਮਾਲਕਣ ਨੂੰ ਇਹ ਅਹਿਸਾਸ ਹੋਇਆ ਕਿ ਮੈਂ ਉਹਨਾਂ ਦੀਆਂ ਗੱਲਾਂ ਸੁਣ ਚੁੱਕੀ ਹਾਂ, ਤਾਂ ਉਹਨਾਂ ਨੇ ਮੈਨੂੰ ਧਮਕਾਇਆ ਕਿ ਜੇਕਰ ਮੈਂ ਕਿਸੇ ਨੂੰ ਇਹ ਗੱਲ ਦੱਸੀ ਤਾਂ ਪਹਿਲਾਂ ਆਪਣੇ ਬੱਚੇ ਦੇ ਬਾਰੇ ਸੋਚ ਲਈ। ਮੇਰਾ ਬੇਟਾ ਉਸ ਸਮੇਂ ਸਿਰਫ 10 ਸਾਲ ਦਾ ਸੀ। ਆਪਣੇ ਬੇਟੇ ਦਾ ਖਿਆਲ ਕਰਦੇ ਹੋਏ ਮੈਂ ਡਰ ਗਈ ਅਤੇ ਚੁੱਪ ਰਹੀ। ਵੱਡੇ ਮਾਲਕ ਨੇ ਹਰ ਇੱਕ ਸੰਭਵ ਕੋਸ਼ਿਸ਼ ਕਿ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ। ਉਹਨਾਂ ਨੇ ਵੱਡੇ ਤੋਂ ਵੱਡੇ ਡਾਕਟਰ ਨੂੰ ਦਿਖਾਇਆ, ਪਰ ਨਕਸ਼ ਦੀ ਅੱਖਾਂ ਦੀ ਰੌਸ਼ਨੀ ਕਦੇ ਵਾਪਸ ਨਹੀਂ ਆਈ। ਫਿਰ ਮਾਲਕ ਨੇ ਇੱਕ ਵਸੀਅਤ ਤਿਆਰ ਕੀਤੀ, ਜਿਸ ਦੇ ਵਿੱਚ ਲਿਖਿਆ ਸੀ ਕਿ ਜਦੋਂ ਨਕਸ਼ ਦਾ ਵਿਆਹ ਹੋਵੇਗਾ ਤਾਂ ਅੱਧੀ ਪ੍ਰਾਪਰਟੀ ਉਸ ਦੀ ਪਤਨੀ ਦੇ ਨਾਮ ਚਲੀ ਜਾਵੇਗੀ। ਇਹ ਪ੍ਰਾਪਰਟੀ ਉਸ ਸਮੇਂ ਤੱਕ ਨਕਸ਼ ਦੀ ਪਤਨੀ ਦੇ ਕੋਲ ਰਹੇਗੀ ਜਦੋਂ ਤੱਕ ਨਕਸ਼ ਦੀ ਪਤਨੀ ਨਕਸ਼ ਦੇ ਨਾਲ ਰਹੇਗੀ ਅਤੇ ਉਸ ਦਾ ਖਿਆਲ ਰੱਖੇਗੀ। ਇਹ ਉਹਨਾਂ ਨੇ ਇਸ ਕਰਕੇ ਕੀਤਾ ਤਾਂ ਕਿ ਨਕਸ਼ ਨੂੰ ਹਮੇਸ਼ਾ ਦੇ ਲਈ ਇੱਕ ਸਾਥੀ ਮਿਲ ਜਾਵੇ। ਵੱਡੀ ਮਾਲਕਣ ਨੇ ਸੋਚ ਲਿਆ ਸੀ ਕਿ ਉਹ ਨਕਸ਼ ਨੂੰ ਆਪਣੀ ਮੁੱਠੀ ਦੇ ਵਿੱਚ ਰੱਖੇਗੀ। ਇਸ ਕਰਕੇ ਉਹਨਾਂ ਨੇ ਇੱਕ ਕਮਜ਼ੋਰ ਅਤੇ ਗਰੀਬ ਪਰਿਵਾਰ ਦੀ ਲੜਕੀ ਨੂੰ ਆਪਣੀ ਬਹੂ ਬਣਾਇਆ। ਤੁਹਾਡੀ ਮਾਂ ਨੂੰ ਨਕਸ਼ ਬਾਬੂ ਦੇ ਬਾਰੇ ਸਾਰਾ ਕੁਝ ਪਤਾ ਸੀ ਕਿ ਉਹ ਅੰਨੇ ਹਨ। ਉਹ ਇਹ ਸੋਚ ਕੇ ਖੁਸ਼ ਹੋ ਗਈ ਹੋਵੇਗੀ ਕਿ ਤੁਹਾਡੇ ਨਾਮ ਅੱਧੀ ਜਾਇਦਾਦ ਹੋ ਜਾਵੇਗੀ। ਇਹਨਾਂ ਲੋਕਾਂ ਨੂੰ ਇਹ ਫਾਇਦਾ ਸੀ ਕਿ ਜੇਕਰ ਇੱਕ ਸਿੱਧੀ ਸਾਦੀ ਗਰੀਬ ਲੜਕੀ ਉਹਨਾਂ ਦੇ ਘਰ ਦੇ ਵਿੱਚ ਆਵੇਗੀ ਤਾਂ ਉਹ ਆਪਣੀ ਆਵਾਜ਼ ਨਹੀਂ ਕੱਢੇਗੀ ਅਤੇ ਮਜਬੂਰੀ ਦੇ ਵਿੱਚ ਸਾਡੀ ਰਹਿਮਤ ਤੇ ਪਲਦੀ ਰਹੇਗੀ, ਸਾਡੇ ਹੁਕਮਾਂ ਦਾ ਪਾਲਣ ਕਰੇਗੀ। ਹਰਮੀਤ ਬੇਟੀ, ਨਕਸ਼ ਬਾਬੂ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਅਤੇ ਮੈਂ ਬਹੁਤ ਦਿਨਾਂ ਤੋਂ ਤੁਹਾਨੂੰ ਦੱਸਣਾ ਚਾਹੁੰਦੀ ਸੀ। ਇਹ ਲੋਕ ਨਕਸ਼ ਬਾਬੂ ਨੂੰ ਸਲੋ ਪਾਇਜ਼ਨ ਦੇ ਰਹੇ ਹਨ ਤਾਂ ਕਿ ਉਹਨਾਂ ਦੇ ਮਰਨ ਤੋਂ ਬਾਅਦ ਸਾਰੀ ਪ੍ਰਾਪਰਟੀ ਉਹਨਾਂ ਦੇ ਨਾਮ ਹੋ ਜਾਵੇ। ਅਤੇ ਇਹ ਸਭ ਕੁਝ ਸੁਣ ਕੇ ਮੇਰੇ ਰੌਂਗਟੇ ਖੜੇ ਹੋ ਗਏ ਸਨ। ਆਂਟੀ ਕਮਰੇ ਦੇ ਵਿੱਚੋਂ ਜਾ ਚੁੱਕੀ ਸੀ ਅਤੇ ਮੈਂ ਬਿਸਤਰੇ ਤੇ ਬੈਠ ਗਈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਮੈਂ ਨਕਸ਼ ਨੂੰ ਪਿਆਰ ਕਰਨ ਲੱਗੀ ਸੀ। ਪਤੀ ਪਤਨੀ ਦਾ ਰਿਸ਼ਤਾ ਅਜਿਹਾ ਹੀ ਹੁੰਦਾ ਹੈ ਕਿ ਖੁਦ ਦਿਲ ਜੁੜ ਜਾਂਦੇ ਹਨ। ਨਕਸ਼ ਭਲਾ ਹੀ ਅੰਨਾ ਸੀ, ਪਰ ਉਹ ਕਦੋਂ ਮੇਰੀ ਜ਼ਿੰਦਗੀ ਅਤੇ ਮੇਰੇ ਦਿਲ ਦੇ ਵਿੱਚ ਆਪਣੀ ਜਗ੍ਹਾ ਬਣਾ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ। ਮੈਂ ਸੋਚ ਲਿਆ ਸੀ ਕਿ ਮੈਂ ਨਕਸ਼ ਨੂੰ ਉਹਨਾਂ ਲੋਕਾਂ ਤੋਂ ਬਚਾ ਕੇ ਰਹਾਂਗੀ। ਮੈਂ ਉਸ ਨੂੰ ਸਾਰੀ ਸੱਚਾਈ ਦੱਸ ਦਿਆਂਗੀ। ਉਸੇ ਦਿਨ ਹੀ ਨਕਸ਼ ਥੱਕਿਆ ਹਾਰਿਆ ਘਰ ਆਇਆ। ਉਹ ਭਲਾ ਹੀ ਅੰਨਾ ਸੀ, ਪਰ ਉਹ ਆਪਣੇ ਸਾਰੇ ਕੰਮ ਖੁਦ ਹੀ ਕਰਦਾ ਸੀ। ਆਫਿਸ ਵੀ ਜਾਂਦਾ ਸੀ, ਉਥੋਂ ਦੇ ਕੰਮ ਵੀ ਸੰਭਾਲਦਾ ਸੀ। ਜਦੋਂ ਉਹ ਘਰ ਆਇਆ ਤਾਂ ਮੈਂ ਉਸ ਦੀ ਥਕਾਵਟ ਦੇਖ ਕੇ ਕੁਝ ਵੀ ਕਹਿਣ ਦੀ ਹਿੰਮਤ ਨਹੀਂ ਕਰ ਸਕੀ ਸੀ। ਬੇਚੈਨੀ ਦੇ ਨਾਲ ਮੈਂ ਆਪਣੀਆਂ ਉਂਗਲਾਂ ਮਰੋੜ ਰਹੀ ਸੀ। ਮੈਂ ਉਸ ਨੂੰ ਕੁਝ ਦੱਸਣਾ ਚਾਹੁੰਦੀ ਸੀ, ਪਰ ਸ਼ਬਦ ਸਨ ਕਿ ਮੂੰਹ ਚੋਂ ਨਿਕਲ ਹੀ ਨਹੀਂ ਰਹੇ ਸਨ। ਅਚਾਨਕ ਨਕਸ਼ ਨੇ ਮੈਨੂੰ ਆਪਣੇ ਵੱਲ ਖਿੱਚਿਆ, ਮੇਰੇ ਮੱਥੇ ਨੂੰ ਪਿਆਰ ਨਾਲ ਚੁੰਮਿਆ ਅਤੇ ਕਹਿਣ ਲੱਗਿਆ, ਕੀ ਗੱਲ ਹੈ ਹਰਮੀਤ, ਤੁਸੀਂ ਪਰੇਸ਼ਾਨ ਲੱਗ ਰਹੇ ਹੋ। ਮੈਂ ਹੈਰਾਨ ਹੋ ਕੇ ਉਸ ਦੇ ਵੱਲ ਦੇਖਿਆ ਕਿ ਅੱਖਾਂ ਨਾ ਹੁੰਦੇ ਹੋਏ ਵੀ ਉਹ ਮੇਰੀ ਹਰ ਇੱਕ ਪਰੇਸ਼ਾਨੀ ਨੂੰ ਮਹਿਸੂਸ ਕਰ ਲੈਂਦਾ ਸੀ। ਬਿਨਾਂ ਕੁਝ ਕਹੇ ਮੈਂ ਆਪਣਾ ਸਿਰ ਉਸ ਦੀ ਛਾਤੀ ਤੇ ਰੱਖ ਦਿੱਤਾ। ਮੈਂ ਉਸ ਨੂੰ ਕਿਹਾ ਕਿ ਮੇਰਾ ਦਿਲ ਬਹੁਤ ਘਬਰਾ ਰਿਹਾ ਹੈ। ਉਸਨੇ ਮੈਨੂੰ ਬਾਹਾਂ ਵਿੱਚ ਲੈ ਲਿਆ ਤੇ ਪਿਆਰ ਦੇ ਨਾਲ ਬੋਲਿਆ, ਅੱਖਾਂ ਬੰਦ ਕਰੋ ਅਤੇ ਸੌਂ ਜਾਓ।
ਹਰਮੀਤ, ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ। ਜ਼ਿਆਦਾ ਸੋਚਣਾ ਵੀ ਇਨਸਾਨ ਨੂੰ ਬੇਵਜ੍ਹਾ ਪਰੇਸ਼ਾਨ ਕਰਦਾ ਹੈ। ਉਸ ਦੀਆਂ ਬਾਹਾਂ ਦੇ ਵਿੱਚ ਮੈਨੂੰ ਸਕੂਨ ਮਿਲਿਆ। ਉਸ ਰਾਤ ਮੈਂ ਚੈਨ ਦੀ ਨੀਂਦ ਸੌਂ ਗਈ। ਪਰ ਅਗਲੀ ਸਵੇਰ ਮੈਂ ਆਪਣੇ ਇਰਾਦੇ ਦੇ ਨਾਲ ਤਿਆਰ ਸੀ। ਜਿਵੇਂ ਹੀ ਦੁਪਹਿਰ ਦਾ ਖਾਣਾ ਸਾਡੇ ਕਮਰੇ ਦੇ ਵਿੱਚ ਆਇਆ, ਮੈਂ ਨਕਸ਼ ਦੀ ਪਲੇਟ ਅਤੇ ਉਸ ਦਾ ਹੱਥ ਫੜਿਆ ਅਤੇ ਸਿੱਧੇ ਡਰਾਇੰਗ ਰੂਮ ਦੇ ਵਿੱਚ ਆ ਗਈ। ਸਾਰੇ ਲੋਕ ਡਰਾਇੰਗ ਰੂਮ ਦੇ ਵਿੱਚ ਬੈਠੇ ਸਨ। ਮੈਂ ਉਹ ਪਲੇਟ ਲਿਜਾ ਕੇ ਆਪਣੇ ਦਿਓਰ ਦੇ ਸਾਹਮਣੇ ਰੱਖ ਦਿੱਤੀ। ਮੈਂ ਕਿਹਾ, ਮੋਹਿਤ, ਤੁਸੀਂ ਇਹ ਖਾਣਾ ਖਾ ਲਓ। ਅਸੀਂ ਇੱਥੇ ਬਾਹਰ ਬੈਠ ਕੇ ਟੇਬਲ ਤੇ ਖਾਵਾਂਗੇ। ਅਸੀਂ ਆਪਣੇ ਲਈ ਦੂਜੀ ਪਲੇਟ ਬਣਾ ਲਵਾਂਗੇ। ਮੇਰੀ ਗੱਲ ਸੁਣ ਕੇ ਮੇਰੀ ਸੱਸ ਦਾ ਚਿਹਰਾ ਇਸੇ ਤਰ੍ਹਾਂ ਦਾ ਹੋ ਗਿਆ ਮੰਨੋ ਜਿਵੇਂ ਉਹਨਾਂ ਦੇ ਸਰੀਰ ਦੇ ਵਿੱਚ ਜਾਨ ਹੀ ਨਾ ਹੋਵੇ। ਮੇਰਾ ਦਿਓਰ ਅਤੇ ਮੇਰੀ ਨਣਦ ਵੀ ਹੈਰਾਨੀ ਦੇ ਨਾਲ ਮੈਨੂੰ ਦੇਖ ਰਹੇ ਸਨ। ਮੋਹਿਤ ਬੋਲਿਆ, ਮੈਂ ਇਹ ਖਾਣਾ ਕਿਵੇਂ ਖਾ ਸਕਦਾ ਹਾਂ? ਮੈਂ ਹੌਲੀ ਜਿਹੀ ਕਿਹਾ, ਕਿਉਂ? ਇਸ ਦੇ ਵਿੱਚ ਕੋਈ ਕਮੀ ਹੈ? ਇਹ ਖਾਣਾ ਤਾਂ ਟੇਬਲ ਤੇ ਹੀ ਮੌਜੂਦ ਹੈ। ਤਾਂ ਫਿਰ ਤੁਸੀਂ ਇਸ ਨੂੰ ਕਿਉਂ ਨਹੀਂ ਖਾ ਸਕਦੇ? ਅੱਜ ਮੈਂ ਸੱਚ ਨੂੰ ਸਾਹਮਣੇ ਲਿਆਉਣ ਦੇ ਲਈ ਤਿਆਰ ਸੀ। ਮੈਂ ਸਾਰੀ ਹਿੰਮਤ ਇਕੱਠੀ ਕਰਕੇ ਕਿਹਾ ਕਿ ਤੁਸੀਂ ਇਹ ਖਾਣਾ ਇਸ ਕਰਕੇ ਨਹੀਂ ਖਾ ਸਕਦੇ ਨਾ ਕਿਉਂਕਿ ਇਸ ਦੇ ਵਿੱਚ ਜ਼ਹਿਰ ਮਿਲਿਆ ਹੋਇਆ ਹੈ। ਮੇਰੀ ਗੱਲ ਸੁਣ ਕੇ ਨਕਸ਼ ਨੇ ਵੀ ਹੈਰਾਨ ਹੋ ਕੇ ਮੇਰੀ ਗੱਲ ਨੂੰ ਸੁਣਿਆ। ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰੀ ਸੱਸ ਤਾਂ ਜਿਵੇਂ ਪੱਥਰ ਹੀ ਬਣ ਗਈ ਹੋਈ ਸੀ। ਪਰ ਅਗਲੇ ਹੀ ਪਲ ਉਹ ਮੇਰੇ ਤੇ ਟੁੱਟ ਪਈ। ਉਹਨਾਂ ਨੇ ਮੇਰਾ ਹੱਥ ਫੜ ਕੇ ਪੂਰੀ ਤਰ੍ਹਾਂ ਮਰੋੜ ਦਿੱਤਾ ਅਤੇ ਚੀਕਦੀ ਹੋਈ ਬੋਲੀ, ਤੇਰੀ ਹਿੰਮਤ ਕਿਵੇਂ ਹੋਈ ਸਾਡੇ ਤੇ ਘਟੀਆ ਇਲਜ਼ਾਮ ਲਗਾਉਣ ਦੀ? ਦਰਦ ਦੇ ਮਾਰੇ ਮੇਰੇ ਮੂੰਹ ਚੋਂ ਚੀਕ ਨਿਕਲ ਗਈ ਸੀ। ਮੈਂ ਕਿਹਾ, ਛੱਡੋ ਮੇਰਾ ਹੱਥ। ਜੇਕਰ ਇਸ ਖਾਣੇ ਦੇ ਵਿੱਚ ਜ਼ਹਿਰ ਨਹੀਂ ਹੈ ਤਾਂ ਤੁਸੀਂ ਇਸ ਨੂੰ ਖਾ ਲਓ। ਅਗਲੇ ਹੀ ਪਲ ਮੇਰੀ ਸੱਸ ਨੇ ਮੈਨੂੰ ਮੇਰੇ ਵਾਲਾਂ ਤੋਂ ਫੜ ਲਿਆ ਤੇ ਮੇਰੀ ਨਣਦ ਨੇ ਜਲਦੀ ਨਾਲ ਮੇਰੇ ਮੂੰਹ ਦੇ ਵਿੱਚ ਕੱਪੜਾ ਫਸਾ ਦਿੱਤਾ। ਉਹ ਮੇਰੀ ਆਵਾਜ਼ ਦੱਬਣਾ ਚਾਹੁੰਦੇ ਸਨ ਤਾਂ ਕਿ ਨਕਸ਼ ਤੱਕ ਮੇਰੀ ਆਵਾਜ਼ ਨਾ ਪਹੁੰਚ ਸਕੇ। ਮੈਂ ਸਾਹ ਘੁੱਟਣ ਦੇ ਕਾਰਨ ਤੜਫ ਰਹੀ ਸੀ ਪਰ ਮੈਂ ਨਕਸ਼ ਨੂੰ ਦੱਸਣਾ ਚਾਹੁੰਦੀ ਸੀ ਪਰ ਮੇਰੀ ਆਵਾਜ਼ ਹੀ ਨਹੀਂ ਨਿਕਲ ਰਹੀ ਸੀ। ਮੈਂ ਦੇਖਿਆ ਕਿ ਨਕਸ਼ ਦਾ ਚਿਹਰਾ ਪਸੀਨੇ ਨਾਲ ਭਿੱਜਿਆ ਹੋਇਆ ਸੀ। ਉਸ ਦੀਆਂ ਮੁੱਠੀਆਂ ਗੁੱਸੇ ਨਾਲ ਮਿਟੀਆਂ ਹੋਈਆਂ ਸਨ। ਅਚਾਨਕ ਨਕਸ਼ ਨੇ ਅੱਗੇ ਵੱਧ ਕੇ ਆਪਣੀ ਭੈਣ ਨੂੰ ਪਰੇ ਖਿੱਚਿਆ ਤੇ ਮੂੰਹ ਦੇ ਵਿੱਚ ਇੱਕ ਜ਼ੋਰਦਾਰ ਥੱਪੜ ਮਾਰਿਆ। ਫਿਰ ਉਸਨੇ ਆਪਣੀ ਮਾਂ ਨੂੰ ਵੀ ਦੂਰ ਧੱਕ ਦਿੱਤਾ। ਜਲਦੀ ਨਾਲ ਮੇਰੇ ਕੋਲ ਆ ਕੇ ਮੇਰੇ ਮੂੰਹ ਦੇ ਵਿੱਚੋਂ ਕੱਪੜਾ ਕੱਢਿਆ ਅਤੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ। ਮੈਂ ਘਬਰਾ ਕੇ ਉਸਦੇ ਗਲ ਨਾਲ ਲੱਗ ਗਈ ਸੀ। ਰੋਂਦੀ ਹੋਈ ਕਹਿ ਰਹੀ ਸੀ ਕਿ ਨਕਸ਼, ਮੈਂ ਝੂਠ ਨਹੀਂ ਬੋਲ ਰਹੀ। ਇਹ ਲੋਕ ਤੁਹਾਨੂੰ ਹੌਲੀ ਹੌਲੀ ਜ਼ਹਿਰ ਦੇ ਰਹੇ ਹਨ ਅਤੇ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਖੋਹਣ ਵਾਲਾ ਕੋਈ ਹੋਰ ਨਹੀਂ ਬਲਕਿ ਤੁਹਾਡੀ ਸੌਤੇਲੀ ਮਾਂ ਹੈ। ਉਹਨਾਂ ਨੇ ਹੀ ਗਲਤ ਦਵਾਈਆਂ ਪਾ ਕੇ ਤੁਹਾਨੂੰ ਅੰਨਾ ਕੀਤਾ ਹੈ। ਨਕਸ਼ ਨੇ ਮੇਰਾ ਚਿਹਰਾ ਉੱਪਰ ਚੁੱਕਿਆ ਤੇ ਮੇਰੀਆਂ ਅੱਖਾਂ ਤੋਂ ਹੰਝੂ ਪੂੰਝਦੇ ਹੋਏ ਕਿਹਾ, ਰਮੀਤ, ਮੈਨੂੰ ਸਭ ਕੁਝ ਪਤਾ ਹੈ। ਮੈਂ ਸਭ ਕੁਝ ਜਾਣਦਾ ਹਾਂ। ਮੇਰੀਆਂ ਅੱਖਾਂ ਦੀ ਰੌਸ਼ਨੀ ਖੋਹਣ ਵਾਲੀ ਮੇਰੀ ਸੌਤੇਲੀ ਮਾਂ ਹੀ ਸੀ। ਪਰ ਅੱਜ ਪਹਿਲੀ ਵਾਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹ ਮੇਰੀ ਜਾਨ ਵੀ ਲੈਣਾ ਚਾਹੁੰਦੀ ਹੈ। ਨਕਸ਼ ਨੇ ਆਪਣੀ ਮਾਂ ਦੇ ਵੱਲ ਮੁੜ ਕੇ ਦੇਖਿਆ ਤੇ ਕਹਿਣ ਲੱਗਿਆ, ਮੈਂ ਹਮੇਸ਼ਾ ਤੁਹਾਡਾ ਸਨਮਾਨ ਕੀਤਾ ਪਰ ਤੁਸੀਂ ਹਮੇਸ਼ਾ ਹੀ ਮੈਨੂੰ ਬੇਗਾਨਾ ਸਮਝਿਆ। ਮੈਂ ਤੁਹਾਡੇ ਹਰ ਇੱਕ ਜ਼ੁਲਮ ਨੂੰ ਸਹਿੰਦਾ ਰਿਹਾ ਪਰ ਮੈਂ ਉਮੀਦ ਕਰਦਾ ਸੀ ਕਿ ਸ਼ਾਇਦ ਤੁਹਾਡੇ ਦਿਲ ਦੇ ਵਿੱਚ ਇੱਕ ਦਿਨ ਮੇਰੇ ਲਈ ਪਿਆਰ ਜਾਗੇਗਾ। ਮੈਨੂੰ ਪਤਾ ਸੀ ਕਿ ਤੁਸੀਂ ਮੇਰੀ ਅੱਖਾਂ ਦੀ ਰੌਸ਼ਨੀ ਖੋਣਾ ਚਾਹੁੰਦੇ ਹੋ। ਜਦੋਂ ਮੇਰੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋਇਆ ਸੀ ਅਤੇ ਤੁਸੀਂ ਮੇਰੀਆਂ ਅੱਖਾਂ ਦੇ ਵਿੱਚ ਦਵਾਈ ਪਾਉਂਦੇ ਸੀ ਤਾਂ ਮੈਨੂੰ ਹਰ ਵਾਰ ਦਰਦ ਹੁੰਦਾ ਸੀ ਪਰ ਮੈਂ ਕੁਝ ਵੀ ਨਹੀਂ ਕਿਹਾ। ਇੱਕ ਦਿਨ ਮੇਰਾ ਦੋਸਤ ਆਪਣੇ ਪਾਪਾ ਦੇ ਨਾਲ ਮੈਨੂੰ ਮਿਲਣ ਆਇਆ ਸੀ। ਉਸਦੇ ਪਾਪਾ ਵੀ ਡਾਕਟਰ ਸਨ। ਉਹਨਾਂ ਨੇ ਮੇਰੀਆਂ ਅੱਖਾਂ ਦੀ ਹਾਲਤ ਦੇਖ ਕੇ ਮੈਨੂੰ ਕਿਹਾ, ਦਵਾਈਆਂ ਸਹੀ ਹਨ ਪਰ ਫਿਰ ਵੀ ਇਨਫੈਕਸ਼ਨ ਕਿਉਂ ਵੱਧ ਰਿਹਾ ਹੈ? ਇਹ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ। ਨਕਸ਼ ਨੇ ਇੱਕ ਡੂੰਘਾ ਸਾਹ ਲੈਂਦੇ ਹੋਏ ਕਿਹਾ ਕਿ ਜਦੋਂ ਅਗਲੀ ਵਾਰ ਤੁਸੀਂ ਮੇਰੀਆਂ ਅੱਖਾਂ ਦੇ ਵਿੱਚ ਦਵਾਈ ਪਾਉਣ ਆਏ ਤਾਂ ਉਸੇ ਦਿਨ ਹੀ ਮੈਂ ਦਵਾਈਆਂ ਦਾ ਨਾਮ ਨੋਟ ਕਰ ਲਿਆ ਸੀ ਅਤੇ ਆਪਣੇ ਦੋਸਤ ਦੇ ਪਾਪਾ ਨੂੰ ਦੱਸ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਦਵਾਈ ਸਹੀ ਨਹੀਂ ਹੈ, ਇਹ ਤਾਂ ਤੁਹਾਡੀ ਅੱਖਾਂ ਦੀ ਰੌਸ਼ਨੀ ਖੋਹ ਲਵੇਗੀ। ਮੈਨੂੰ ਸਭ ਕੁਝ ਸਮਝ ਆ ਗਿਆ ਸੀ ਪਰ ਮੈਂ ਉਹਨਾਂ ਨੂੰ ਪਾਪਾ ਨੂੰ ਕੁਝ ਵੀ ਦੱਸਣ ਤੋਂ ਰੋਕ ਦਿੱਤਾ ਕਿਉਂਕਿ ਮੈਂ ਘਰ ਦੇ ਵਿੱਚ ਲੜਾਈ ਨਹੀਂ ਚਾਹੁੰਦਾ ਸੀ। ਕੁਝ ਵੀ ਸੀ, ਪਾਪਾ ਤੁਹਾਡੇ ਨਾਲ ਖੁਸ਼ ਸਨ ਅਤੇ ਫਿਰ ਮੈਂ ਸੋਚ ਲਿਆ ਸੀ ਕਿ ਮੈਂ ਹੁਣ ਅੰਨਾ ਹੋਣ ਦਾ ਨਾਟਕ ਕਰਾਂਗਾ ਤੇ ਇਹ ਕਿੱਸਾ ਹੀ ਖਤਮ ਹੋ ਜਾਵੇਗਾ। ਨਕਸ਼ ਨੇ ਆਪਣਾ ਚਸ਼ਮਾ ਲਾ ਕੇ ਦੂਰ ਸੁੱਟ ਦਿੱਤਾ ਅਤੇ ਕਿਹਾ ਕਿ ਮੈਂ ਸਭ ਕੁਝ ਦੇਖ ਸਕਦਾ ਹਾਂ। ਮੈਂ ਅੰਨਾ ਨਹੀਂ ਹਾਂ। ਮੈਂ ਜਾਣਬੁੱਝ ਕੇ ਅੰਨੇਪਨ ਦਾ ਨਾਟਕ ਕੀਤਾ ਤਾਂ ਕਿ ਕੋਈ ਹੋਰ ਸਾਜ਼ਿਸ਼ ਨਾ ਕਰ ਸਕੋ। ਪਰ ਹੁਣ ਜਦੋਂ ਤੁਸੀਂ ਹਰਮੀਤ ਤੇ ਹੱਥ ਚੁੱਕਿਆ ਤਾਂ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਮੈਂ ਅੱਖਾਂ ਫਾੜ ਕੇ ਹੈਰਾਨ ਹੋ ਕੇ ਨਕਸ਼ ਨੂੰ ਦੇਖ ਰਹੀ ਸੀ। ਇਹ ਜਾਣ ਕੇ ਕਿ ਉਹ ਅੰਨਾ ਨਹੀਂ ਹੈ, ਉਸਨੇ ਆਪਣੀ ਸੌਤੇਲੀ ਮਾਂ ਤੇ ਭਰਾ ਭੈਣ ਦੇ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਅਤੇ ਫਿਰ ਉਸਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਕਮਰੇ ਦੇ ਵਿੱਚ ਲੈ ਆਇਆ। ਜਲਦੀ ਆਪਣਾ ਤੇ ਮੇਰਾ ਸਮਾਨ ਚੁੱਕਿਆ। ਮੈਂ ਚੁੱਪਚਾਪ ਹੈਰਾਨੀ ਦੇ ਨਾਲ ਖੜੀ ਸੀ, ਉਸ ਨੂੰ ਦੇਖ ਰਹੀ ਸੀ। ਸਮਝ ਨਹੀਂ ਸਕੀ ਸੀ
ਕਿ ਮੈਂ ਕੀ ਕਹਾਂ। ਨਕਸ਼ ਨੇ ਹੱਸਦੇ ਹੋਏ ਕਿਹਾ, ਕਦੋਂ ਤੱਕ ਇਸ ਤਰ੍ਹਾਂ ਹੀ ਖੜੀ ਰਹੋਗੀ ਹਰਮੀਤ? ਚਲੋ ਹੁਣ ਅਸੀਂ ਇਸ ਘਰ ਦੇ ਵਿੱਚ ਨਹੀਂ ਰਹਾਂਗੇ। ਨਕਸ਼ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਅਸੀਂ ਆਪਣੇ ਥੋੜੇ ਜਿਹੇ ਸਮਾਨ ਦੇ ਨਾਲ ਘਰ ਤੋਂ ਬਾਹਰ ਚਲੇ ਗਏ ਅਤੇ ਉਸਦੇ ਦੋਸਤ ਨੇ ਇੱਕ ਫਲੈਟ ਦਾ ਇੰਤਜ਼ਾਮ ਕਰ ਦਿੱਤਾ ਸੀ ਜਿੱਥੇ ਅਸੀਂ ਦੋਨੇ ਰਹਿਣ ਲੱਗੇ। ਅਜੇ ਤੱਕ ਮੈਂ ਕੁਝ ਬੋਲ ਹੀ ਨਹੀਂ ਸਕੀ ਸੀ, ਬਸ ਉਸ ਨੂੰ ਦੇਖਦੀ ਹੀ ਰਹਿ ਗਈ। ਇੱਕ ਦਿਨ ਅੱਗੇ ਵੱਧ ਕੇ ਨਕਸ਼ ਨੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਤੇ ਕਿਹਾ, ਕੀ ਹੋਇਆ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਮੈਂ ਅੰਨਾ ਨਹੀਂ ਹਾਂ, ਫਿਰ ਵੀ ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ? ਮੈਂ ਰੋਂਦੀ ਹੋਈ ਨਕਸ਼ ਦੇ ਨਾਲ ਲਿਪਟ ਗਈ ਅਤੇ ਕਿਹਾ ਕਿ ਨਕਸ਼, ਤੁਸੀਂ ਸਭ ਕੁਝ ਦੇਖ ਸਕਦੇ ਹੋ, ਤੁਸੀਂ ਖੂਬਸੂਰਤ ਹੋ, ਪੈਸੇ ਵਾਲੇ ਹੋ, ਹੈਂਡਸਮ ਹੋ, ਫਿਰ ਤੁਸੀਂ ਕਿਉਂ ਮੇਰੇ ਵਰਗੀ ਸਧਾਰਨ ਲੜਕੀ ਦੇ ਨਾਲ ਵਿਆਹ ਕੀਤਾ? ਕਿਉਂ ਮੇਰੇ ਨਾਲ ਰਿਸ਼ਤਾ ਬਣਾਇਆ? ਨਕਸ਼ ਨੇ ਪਿਆਰ ਦੇ ਨਾਲ ਮੇਰੇ ਮੂੰਹ ਨੂੰ ਉੱਪਰ ਚੁੱਕਿਆ ਅਤੇ ਮੇਰੇ ਹੰਝੂ ਪੂੰਝੇ ਤੇ ਕਿਹਾ ਕਿ ਤੁਸੀਂ ਪਾਗਲ ਹੋ ਗਏ ਹੋ ਹਰਮੀਤ। ਜਦੋਂ ਤੁਸੀਂ ਮੇਰੇ ਅੰਨੇ ਹੋਣ ਤੇ ਵੀ ਮੈਨੂੰ ਸਵੀਕਾਰ ਕੀਤਾ ਤਾਂ ਮੈਂ ਤੁਹਾਡੀਆਂ ਮਾਮੂਲੀ ਜਿਹੀਆਂ ਗੱਲਾਂ ਤੇ ਕਿਵੇਂ ਧਿਆਨ ਦੇਵਾਂ? ਮੈਂ ਤੁਹਾਡੇ ਦਿਲ ਦੇ ਵਿੱਚ ਸਿਰਫ ਆਪਣੇ ਲਈ ਪਿਆਰ ਚਾਹੁੰਦਾ ਹਾਂ ਅਤੇ ਇਹੀ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ। ਨਕਸ਼ ਨੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਅਤੇ ਇਹ ਰਾਤ ਹੌਲੀ-ਹੌਲੀ ਇਸ ਤਰ੍ਹਾਂ ਹੀ ਬੀਤ ਰਹੀ ਸੀ। ਮੈਂ ਨਕਸ਼ ਦੀਆਂ ਬਾਹਾਂ ਦੇ ਵਿੱਚ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਲੜਕੀ ਸਮਝ ਰਹੀ ਸੀ। ਹੌਲੀ-ਹੌਲੀ ਨਕਸ਼ ਦਾ ਬਿਜ਼ਨਸ ਵੀ ਸਫਲ ਹੋ ਗਿਆ ਅਤੇ ਉਸ ਦਾ ਪਿਆਰ ਮੇਰੇ ਲਈ ਦਿਨੋਂ ਦਿਨ ਵਧਦਾ ਚਲਾ ਗਿਆ। ਉਸ ਦੇ ਪਿਆਰ ਨੇ ਮੈਨੂੰ ਹੋਰ ਉਹ ਰੰਗ ਰੂਪ ਦਿੱਤਾ ਕਿ ਹੁਣ ਮੈਂ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਦੇਖ ਕੇ ਪਹਿਚਾਣ ਵੀ ਨਹੀਂ ਸਕਦੀ। ਪਰਮਾਤਮਾ ਅੱਗੇ ਸਿਰਫ ਇਹੀ ਦੁਆ ਕਰਦੀ ਹਾਂ ਕਿ ਸਾਡਾ ਪਿਆਰ ਇਸੇ ਤਰ੍ਹਾਂ ਹੀ ਹਮੇਸ਼ਾ ਦੇ ਲਈ ਬਣਿਆ ਰਹੇ। ਸੋ ਦੋਸਤੋ, ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।